ਹੈਲੋ एवरीवन ਵੈਲਕਮ ਯੂ ਆਲ ਇਨ ਯੂਰ ਓਨ ਚੈਨਲ ਲਰਨ ਐਵਰੀਥਿੰਗ। ਸੋ ਇਸ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ETT ਦੇ ਲਈ ਜੋ 10th ਲੈਵਲ ਦੇ ਠੀਕ ਹੈ ਜਿੰਨੇ ਵੀ ਸਾਇੰਸ ਦੇ ਟੌਪਿਕਸ ਇਨਕਲੂਡਡ ਹੈਗੇ ਆ ਉਹਨਾਂ ਦੇ MCQs ਕਰਾਵਾਂਗੀ ਇੰਪੋਰਟੈਂਟ ਵਾਲੇ। ਠੀਕ ਹੈ, ਜਿੰਨਾ ਵੀ 10th ਦੇ ਟੌਪਿਕਸ ਦਿੱਤੇ ਹੋਏ ਆ ਨਾ ETT ਦੇ ਸਿਲੇਬਸ ਦੇ ਵਿੱਚ ਉਹਨਾਂ ਦੇ MCQs ਕਰਾਂਗੇ। ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ, ਇਹਨਾਂ ਵਿੱਚੋਂ ਕਾਫੀ ਸਾਰੇ ਕੁਐਸਚਨਸ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਪੇਪਰ ਨੂੰ। ਨੈਕਸਟ ਫਸਟ ਕੁਐਸਚਨ ਇਜ਼ ਪਾਣੀ ਦਾ pH ਹੇਠ ਲਿਖਿਆਂ ਦੁਆਰਾ ਨਿਰੀਖਿਤ ਕੀਤਾ ਜਾਂਦਾ ਹੈ। ਜੇ ਤੁਸੀਂ ਪਾਣੀ ਦਾ pH ਜਿਹੜਾ ਆ ਉਹ ਕਿਹਦੇ ਦੁਆਰਾ ਨਿਰੀਖਿਤ ਕੀਤਾ ਜਾਂਦਾ ਆ? ਯੂਨੀਵਰਸਲ ਸੰਕੇਤਕ ਦੁਆਰਾ। ਕਿਹਦੇ ਦੁਆਰਾ? ਯੂਨੀਵਰਸਲ ਸੰਕੇਤਕ ਦੁਆਰਾ। ਉਸ ਤੋਂ ਬਾਅਦ ਹੇਠ ਲਿਖੇ ਵਿੱਚੋਂ ਕਿਹੜਾ ਤਰੀਕਾ ਜੰਗਲ ਤੇ ਹੋਰ ਜੀਵਨ ਦੇ ਸੁਰੱਖਿਅਕ ਨਹੀਂ ਹਨ? ਦੇਖੋ ਮਤਲਬ ਕਿਹੜਾ ਤਰੀਕਾ ਜਿਹਨਾਂ ਜੰਗਲ ਤੇ ਹੋਰ ਸੁਰੱਖਿਅਤ ਨਹੀਂ ਹਨ। ਦੇਖੋ ਸਰਕਾਰ ਦੀ ਪਹਿਲ, ਹੁਣ ਸਰਕਾਰ ਦੀ ਪਹਿਲ ਨਾਲ ਤਾਂ ਵਧੀਆ ਹੋਏਗਾ ਸਮਾਂ ਤੇ ਲੋਕਾਂ ਦੀ ਭਾਗੀਦਾਰੀ ਨਾਲ ਵਧੀਆ ਹੋਏਗਾ। ਜੰਗਲੀ ਖੇਤਰ ਵਿੱਚ ਜ਼ਿਆਦਾ ਉਦਯੋਗ ਸਥਾਪਿਤ ਕਰਨਾ, ਜੇ ਜ਼ਿਆਦਾ ਉਦਯੋਗ ਲਗਾਏ ਜਾਣਗੇ ਫਿਰ ਉਹ ਵਧੀਆ ਨਹੀਂ ਹੋਏਗਾ। ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸਾਰੇ ਕੁਦਰਤੀ ਸਾਧਨ ਦਾ ਪ੍ਰਯੋਗ ਹੋਣਾ ਚਾਹੀਦਾ ਹੈ। ਠੀਕ ਹੈ, ਕਿੱਦਾਂ ਹੋਣਾ ਚਾਹੀਦਾ? ਲਘੁਕਾਲੀਨ ਤੱਕ ਹੋਣਾ ਚਾਹੀਦਾ ਜਾਂ ਦੀਰਘਕਾਲੀਨ ਤੱਕ ਹੋਣਾ ਚਾਹੀਦਾ? ਸੋ ਦੀਰਘਕਾਲੀਨ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਹੈ ਜੰਗਲੀ ਜੀਵ ਜੰਤੂ ਹੈ ਗਰਮ ਸਥਲ, ਠੰਡੇ ਸਥਲ। ਠੀਕ ਹੈ, A B ਦੋਵੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ, ਇਹ ਗਰਮ ਸਥਲ ਹਨ। ਠੀਕ ਹੈ, ਗੰਗਾ ਐਕਸ਼ਨ ਯੋਜਨਾ ਕਦੋਂ ਆਈ? ਬਹੁਤ ਜ਼ਿਆਦਾ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਬਹੁਤ ਜ਼ਿਆਦਾ ਰਿਪੀਟ ਹੁੰਦਾ ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ। 1985 ਦੇ ਵਿੱਚ 1985 ਦੇ ਵਿੱਚ ਗੰਗਾ ਐਕਸ਼ਨ ਯੋਜਨਾ ਜਿਹੜੀ ਆ ਉਹ ਹੋਂਦ ਵਿੱਚ ਆਈ। ਉਸ ਤੋਂ ਬਾਅਦ ਹੈ ਜੀ ਚਿਪਕੋ ਅੰਦੋਲਨ ਲਈ ਜ਼ਿੰਮੇਵਾਰ ਪ੍ਰਮੁੱਖ ਵਿਗਿਆਨੀ ਦਾ ਨਾਮ ਦੱਸੋ। ਉਹ ਬਹੁਤ ਇੰਪੋਰਟੈਂਟ ਹੈ, ਸ਼੍ਰੀ ਸੁੰਦਰ ਲਾਲ ਬਹੁਗੁਣਾ। ਕੀ ਨਾਮ ਉਹਨਾਂ ਦਾ? ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਕਿਹੜਾ ਪਿਛਲਾ ਤੇ ਕੇ ਵਾਲਾ। ਨੈਕਸਟ ਹੈ ਜੀ ਹੇਠ ਲਿਖੇ ਵਿੱਚੋਂ ਕਿਹੜਾ ਜ਼ਿਆਦਾ ਗ੍ਰੀਨ ਹਾਊਸ ਪ੍ਰਭਾਵ ਬਣਾਉਂਦਾ ਹੈ? ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, CFC ਕਲੋਰੋਫਲੋਰੋਕਾਰਬਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ, ਕਾਰਬਨ ਡਾਈਆਕਸਾਈਡ। ਠੀਕ ਹੈ, ਇਹ ਸਭ ਤੋਂ ਜ਼ਿਆਦਾ ਗ੍ਰੀਨ ਹਾਊਸ ਪ੍ਰਭਾਵ ਇਹਦੇ ਕਰਕੇ ਹੀ ਆ। ਸੋ ਰਿਪੀਟ ਕਰਦੇ ਹਾਂ, ਪਾਣੀ ਦਾ pH ਕਿਹਦੇ ਦੁਆਰਾ ਨਿਰੀਖਿਤ ਕੀਤਾ ਜਾਂਦਾ? ਯੂਨੀਵਰਸਲ ਸੰਕੇਤਕ ਦੁਆਰਾ। ਇਹ ਤਾਂ ਚਲੋ ਸਿੰਪਲ ਚ ਕੁਐਸਚਨ ਹੈਗਾ। ਕੁਦਰਤ ਸਾਧਨ ਦਾ ਪ੍ਰਯੋਗ ਦੀਰਘਕਾਲੀਨ ਤੱਕ ਹੋਣਾ ਚਾਹੀਦਾ। ਜਿਹੜੇ ਜੰਗਲ ਜੀਵ ਜੰਤੂ ਉਹ ਗਰਮ ਸਥਲ ਹੈਗੇ ਨੇ। ਗੰਗਾ ਐਕਸ਼ਨ ਯੋਜਨਾ ਵੈਰੀ ਇੰਪੋਰਟੈਂਟ 1985 ਐਂਡ ਚਿਪਕੋ ਅੰਦੋਲਨ ਜ਼ਿੰਮੇਵਾਰੀ ਸੁੰਦਰ ਲਾਲ ਬਹੁਗੁਣਾ ਵੈਰੀ ਇੰਪੋਰਟੈਂਟ। ਨੈਕਸਟ ਸਭ ਤੋਂ ਜ਼ਿਆਦਾ ਗ੍ਰੀਨ ਹਾਊਸ ਪ੍ਰਭਾਵ ਕਾਰਬਨ ਡਾਈਆਕਸਾਈਡ ਕਰਕੇ। ਨੈਕਸਟ ਜੀ ਪੌਦਾ ਹੈ। ਪੌਦਾ ਕੀ ਆ? ਉਤਪਾਦਕ। ਉਤਪਾਦਕ ਜਿਹੜੇ ਆਪਣਾ ਭੋਜਨ ਆਪ ਤਿਆਰ ਕਰਦੇ ਆ। ਸ਼ਾਕਾਹਾਰੀ ਜਿਹੜੇ ਪੌਦਿਆਂ ਤੋਂ ਬਣਿਆ ਭੋਜਨ ਖਾਂਦੇ। ਮਾਸਾਹਾਰੀ ਜਿਹੜੇ ਮਾਸ ਵੀ ਖਾ ਲੈਂਦੇ ਆ। ਠੀਕ ਹੈ, ਉੱਚ ਮਾਸਾਹਾਰੀ ਜਿਹੜੇ ਉਹ ਜੀਵਾਂ ਨੂੰ ਉਹਨਾਂ ਨੂੰ ਖਾ ਲੈਂਦੇ। ਮਾਸਾਹਾਰੀ ਨੂੰ ਵੀ ਉੱਚ ਮਾਸਾਹਾਰੀ। ਸੋ ਪੌਦਾ ਕੀ ਆ? ਉਤਪਾਦਕ, ਕਿਉਂਕਿ ਉਹ ਆਪਣਾ ਭੋਜਨ ਆਪ ਤਿਆਰ ਕਰਦਾ। ਨੈਕਸਟ ਵਿਭਿੰਨ ਪਰਸਪਰ ਭੋਜਨ ਲੜੀਆਂ ਹਨ। ਜਿਹੜੀਆਂ ਭੋਜਨ ਲੜੀਆਂ ਉਹ ਮਿਲ ਕੇ ਭੋਜਨ ਜਾਲ ਬਣਾਉਂਦੀਆਂ। ਆਹਾਰ ਜਾਲ ਜਿਹਨੂੰ ਕਹਿ ਦਿੰਦੇ ਆਪਾਂ। ਠੀਕ ਹੈ, ਕਿੰਨੀਆਂ ਸਾਰੀਆਂ ਭੋਜਨ ਲੜੀਆਂ ਦਾ ਮਿਕਸਚਰ ਨੂੰ ਆਪਾਂ ਭੋਜਨ ਜਾਲ ਹੀ ਕਹਿ ਦਿੰਦੇ ਹਾਂ। ਆਪਣੇ ਪਦਾਰਥ ਦੇ ਲਈ ਪ੍ਰਤੱਖ ਜਾਂ ਅਪ੍ਰਤੱਖ ਰੂਪ ਤੋਂ ਜੀਵ ਉਤਪਾਦਕ 'ਤੇ ਨਿਰਭਰ ਕਰਦੇ ਹਨ। ਠੀਕ ਹੈ, ਉਸ ਨੂੰ ਦੇਖੋ ਭਾਵੇਂ ਸਿੱਧੇ ਤੌਰ 'ਤੇ ਕਹੀ ਜਾਂ ਅਸਿੱਧੇ ਤੌਰ 'ਤੇ ਜਿਹੜੇ ਜੀਵ ਉਤਪਾਦਕ 'ਤੇ ਨਿਰਭਰ ਕਰਦੇ ਆ। ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਾਂਗੇ? ਉਪਭੋਗਤਾ। ਠੀਕ ਹੈ, ਮਤਲਬ ਅਸੀਂ ਉਤਪਾਦਕ ਕੌਣ ਆ? ਪੌਦਿਆਂ 'ਤੇ ਨਿਰਭਰ ਜਿਹੜੇ ਕਰਦੇ ਉਹ ਕੀ ਹੋਣਗੇ ਫਿਰ? ਉਪਭੋਗਤਾ। ਠੀਕ ਹੈ ਜੀ, ਉਸ ਤੋਂ ਬਾਅਦ ਸਾਰੇ ਹਰੇ ਪੌਦੇ ਅਤੇ ਕੁਝ ਹਰੀ ਨੀਲੀ ਉੱਲੀ। ਠੀਕ ਹੈ, ਬਲੂ ਗ੍ਰੀਨ ਐਲਗੀ ਜਿਹਨੂੰ ਕਹਿੰਦੇ, ਜੋ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਦੁਆਰਾ ਸਾਨੂੰ ਪਤਾ ਆਪਣਾ ਭੋਜਨ ਆਪ ਤਿਆਰ ਕਰਦੇ, ਉਹਨਾਂ ਨੂੰ ਕੀ ਕਹਿੰਦੇ? ਉਤਪਾਦਕ। ਓਜ਼ੋਨ ਇੱਕ ਅਣੂ ਹੈ, ਤੁਹਾਨੂੰ ਪਤਾ O3 ਹੈ ਨਾ। ਉਹ ਆਕਸੀਜਨ ਦੇ ਕਿੰਨੇ ਅਣੂ ਤੋਂ ਮਿਲ ਕੇ ਬਣਦਾ? 3 ਤੋਂ, ਕਿਉਂਕਿ ਉਹਦਾ ਫਾਰਮੂਲਾ ਹੁੰਦਾ O3। ਕੂੜਾ ਜੋ ਅਸੀਂ ਪੈਦਾ ਕਰਦੇ ਹਾਂ ਉਹ ਕੀ ਆ? ਵਿਘਟਨਸ਼ੀਲ ਆ ਜਾਂ ਅਵਿਘਟਨਸ਼ੀਲ ਆ? ਜਾਂ ਵਿਘਟਨਸ਼ੀਲ ਵੀ ਹੋ ਸਕਦਾ, ਅਵਿਘਟਨਸ਼ੀਲ। ਦੇਖੋ ਜਿਹੜਾ ਕੂੜਾ ਆ ਜਿਹੜਾ ਅਸੀਂ ਦੇਖਦੇ ਹਾਂ ਉਹ ਵਿਘਟਨਸ਼ੀਲ ਵੀ ਵਿੱਚ ਹੁੰਦਾ, ਮਤਲਬ ਜਿਹਦਾ ਵਿਘਟਨ ਕੀਤਾ ਜਾ ਸਕਦਾ। ਠੀਕ ਹੈ, ਅਵਿਘਟਨਸ਼ੀਲ ਜਿਹਦਾ ਨਹੀਂ, ਜਿੱਦਾਂ ਪਲਾਸਟਿਕ ਵਗੈਰਾ ਹੋ ਗਿਆ ਵਿਘਟਨਸ਼ੀਲ 'ਚ, ਤਾਂ ਜਿੱਦਾਂ ਸਿੰਪਲ ਛਿੱਲੜ ਵਗੈਰਾ ਹੋ ਗਏ। ਠੀਕ ਹੈ, ਸਬਜ਼ੀਆਂ ਦੇ ਉਹ ਵਿਘਟਨ ਹੋ ਸਕਦੇ ਆ। ਸੋ ਦੋਨੇ ਤਰ੍ਹਾਂ ਦਾ ਹੁੰਦਾ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨਸ, ਬਾਇਓਗੈਸ ਦਾ ਮੁੱਖ ਅੰਸ਼ ਕੀ ਹੈ? ਬਾਇਓਗੈਸ ਦੇ ਵਿੱਚ ਮੁੱਖ ਤੌਰ 'ਤੇ ਕੀ ਆ? ਮੀਥੇਨ। ਨੈਕਸਟ ਹੈ ਨਾਭੀਕੀ ਊਰਜਾ ਉਤਪੰਨ ਕਰਨ ਦੇ ਲਈ ਕਿਸ ਪ੍ਰਕਿਰਿਆ ਦਾ ਪ੍ਰਯੋਗ ਹੁੰਦਾ ਹੈ? ਉਹ ਹੁੰਦਾ ਪਰਮਾਣੂ ਵਿਖੰਡਨ। ਠੀਕ ਹੈ, ਨਿਊਕਲੀਅਰ ਫਿਜ਼ਨ ਜਿਹਨੂੰ ਬੋਲਦੇ, ਜਿੱਦਾਂ ਇੱਕ ਭਾਰਾ ਅਣੂ ਹਲਕੇ ਅਣੂਆਂ ਦੇ ਵਿੱਚ ਟੁੱਟਦਾ। ਠੀਕ ਹੈ, ਉਹਦੇ ਵਿੱਚ ਬਹੁਤ ਸਾਰੀ ਨਿਊਕਲੀਅਰ ਐਨਰਜੀ ਜਿਹੜੀ ਉਤਪੰਨ ਹੁੰਦੀ ਹੈ। ਉਸ ਤੋਂ ਬਾਅਦ ਬਾਇਓਗੈਸ ਯੰਤਰ ਵਿੱਚ ਕੱਚਾ ਮਾਲ ਕੀ ਹੁੰਦਾ ਹੈ? ਉਹ 'ਚ ਅਸੀਂ ਗਾਂ ਦਾ ਗੋਬਰ ਅਤੇ ਪਾਣੀ ਮਿਲ ਕੇ ਸਲਰੀ ਜਿਹਨੂੰ ਬੋਲ ਦਿੰਦੇ ਉਹ ਆਪਾਂ ਤਿਆਰ ਕਰਦੇ ਹਾਂ। ਜੇ ਤੁਹਾਨੂੰ ਬਾਇਓਗੈਸ ਪਲਾਂਟ ਦਾ ਚਿੱਤਰ, ਸਲਰੀ ਪਹਿਲਾਂ ਇੱਧਰੋਂ ਹੀ ਪਾਉਂਦੇ ਹੁੰਦਾ ਗੋਬਰ ਗੈਸ ਬਣਾਉਣ ਲਈ। ਉਹਦੇ ਵਿੱਚ ਅਸੀਂ ਪਹਿਲਾਂ ਗਾਂ ਦਾ ਗੋਬਰ ਅਤੇ ਪਾਣੀ ਦੋਨਾਂ ਨੂੰ ਮਿਕਸ ਕਰਕੇ ਸਲਰੀ ਬਣਾ ਕੇ ਪਾਉਂਦੇ ਹਾਂ। ਠੀਕ ਹੈ, ਨੈਕਸਟ ਹੈ ਜੀ ਹੇਠ ਲਿਖਿਆਂ ਵਿੱਚੋਂ ਪਥਰਾਟ ਬਾਲਣ ਨੂੰ ਚੁਣੋ। ਪਾਣੀ, ਕੋਲਾ, ਪੈਟਰੋਲ ਜਾਂ ਇਹ ਸਾਰੇ। ਠੀਕ ਹੈ, D B C ਤਿੰਨੋਂ ਹੀ ਹੈਗੇ ਨੇ ਜੀ। ਠੀਕ ਹੈ, D ਦੇ ਵਿੱਚ B ਅਤੇ C ਆਪਣੇ ਕੋਲਾ ਅਤੇ ਪੈਟਰੋਲ। ਦੇਖੋ ਪਾਣੀ ਥੋੜ੍ਹਾ ਨਾ ਬਾਲਣ ਹੋਏਗਾ, ਉਹ ਤਾਂ ਕੋਲਾ ਜਲਦਾ।
ठीक है, ਪੈਟਰੋਲ ਉਹ ਹੋਣਗੇ ਦੋਨੇ। ਜੰਤਰ ਜੋ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਕਨਵਰਟ ਕਰਦਾ ਉਹਨੂੰ ਕਹਿੰਦੇ ਸੂਰਜੀ ਸੈੱਲ। ਠੀਕ ਹੈ, ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਊਰਜਾ ਦਾ ਸਮਾਨ ਸੋਮਾ ਹੈ? ਠੀਕ ਹੈ, ਉਹ ਹੈ ਸੂਰਜ, ਕੋਲਾ, ਪੈਟਰੋਲ ਜਾਂ ਫਿਰ ਬੀ ਤੇ ਸੀ। ਦੇਖੋ ਇਹ ਹੈਗੇ ਆ ਕੋਲਾ ਤੇ ਪੈਟਰੋਲ, ਇੱਕ ਦੂਜੇ ਦੇ ਸਮਾਨ ਇਹ ਊਰਜਾ ਦੇ ਸੋਮੇ ਹੈਗੇ ਆ। ਕਈ ਸੋਮੇ ਆਪਣੀ ਊਰਜਾ ਪ੍ਰਾਪਤ ਕਰਦੇ ਹਨ ਕਿਹਤੋਂ? ਸੂਰਜ ਤੋਂ। ਮੋਸਟ ਆਫ ਇਹ ਤੁਹਾਨੂੰ ਪਤਾ ਨਾ, ਸੂਰਜ ਮੇਨ ਜਿਹੜਾ ਆ ਉਹ ਤਾਂ ਸੂਰਜ ਹੀ ਆ ਨਾ, ਸਾਰੇ ਸੂਰਜ ਤੋਂ ਹੀ ਪ੍ਰਾਪਤ ਕਰਦੇ ਆ। ਨੈਕਸਟ ਹੈ ਜੀ ਚੁੰਬਕੀ ਬਲ, ਚੁੰਬਕੀ ਰੇਖਾਵਾਂ ਹਨ ਕਿ ਇਹ ਲਗਾਤਾਰ ਹੁੰਦੀਆਂ। ਠੀਕ ਆ, ਚੁੰਬਕੀ ਬਲ, ਚੁੰਬਕੀ ਰੇਖਾਵਾਂ ਕੀ ਹਨ? ਲਗਾਤਾਰ। ਬਿਜਲੀ ਜਨਰੇਟਰ ਕੀ ਪਰਿਵਰਤਿਤ ਕਰਦਾ ਹੈ? ਉਹ ਜੰਤਰਿਕ ਊਰਜਾ ਨੂੰ ਬਿਜਲੀ, ਮਤਲਬ ਜੰਤਰਿਕ ਊਰਜਾ ਯੂਜ਼ ਹੁੰਦੀ ਆ, ਫਿਰ ਉਹ ਤੋਂ ਕਨਵਰਟ ਕਿਹੜੀ ਹੋ ਜਾਂਦੀ ਹੈ? ਬਿਜਲੀ ਊਰਜਾ। क्या पता है जनरेटर 'ਚ बिजली ऊर्जा उत्पन्न होंगी। घरां ਦੀਆਂ ਜਿਹੜੀਆਂ ਤਾਰਾਂ ਵਿੱਚ ਸਾਰੇ ਉਪਕਰਨ ਇਹ ਬਹੁਤ ਇੰਪੋਰਟੈਂਟ ਆ, ਵੈਰੀ ਇੰਪੋਰਟੈਂਟ। ਜਿਹੜੇ ਘਰਾਂ 'ਚ ਤਾਰਾਂ ਹੁੰਦੀਆਂ ਨਾ, ਸਾਰੇ ਜਿਹੜੇ ਆਹ ਅੱਗੇ ਸਰਕਟਸ ਵਿੱਚ ਕਨੈਕਸ਼ਨ ਤੇ ਉਹ ਸਾਰੇ ਸਮਾਂਤਰ ਦਿੱਤੇ ਹੁੰਦੇ, ਕਿਉਂਕਿ ਸਮਾਂਤਰ ਵੀ ਡਿਵਾਈਡ ਹੋ ਜਾਂਦਾ, ਇੱਧਰ ਕਿੰਨਾ ਕਰੰਟ ਜਾਣਾ, ਇੱਧਰ ਕਿੱਦਾਂ ਜਾਣਾ। ਠੀਕ ਹੈ, ਉਹ ਹੋ ਜਾਂਦਾ। ਲੰਬੀ ਦੂਰੀ ਦੇ ਬਿਜਲੀ ਟਰਾਂਸਮਿਸ਼ਨ ਦੇ ਲਈ ਸਭ ਤੋਂ ਸਸਤਾ ਤਰੀਕਾ ਕੀ ਹੈ? ਠੀਕ ਹੈ, ਲੰਬੀ ਦੂਰੀ, ਕਾफ़ी लंबी दूरी ਦੇ ਬਿਜਲੀ ਟਰਾਂਸਮਿਸ਼ਨ, ਬਿਜਲੀ ਇੱਕ ਜਗ੍ਹਾ ਦੂਜੀ ਜਗ੍ਹਾ ਤੁਸੀਂ ਕਾफ़ी ਲੰਬੀ ਡਿਸਟੈਂਸ 'ਤੇ ਭੇਜਣੀ ਆ, ਉਹਦੇ ਲਈ ਕੀ ਆ? ਆਲਟਰਨੇਟਿਵ ਕਰੰਟ ਟਰਾਂਸਮਿਸ਼ਨ, ਡੀਸੀ ਡਾਇਰੈਕਟ ਕਰੰਟ ਹੋ ਜਾਂਦੀ ਆ। ਠੀਕ ਹੈ, ਸੋ ਤੁਸੀਂ ਇਹਦੇ ਵਿੱਚ ਆਪਸ਼ਨ ਕੀ ਰਾਈਟ ਦੇਣਾ? ਏਸੀ ਟਰਾਂਸਮਿਸ਼ਨ, ਆਲਟਰਨੇਟਿਵ। ਠੀਕ ਹੈ, ਸੋ ਬਿਜਲੀ ਮੋਟਰ ਵਿੱਚ ਨਰਮ ਲੋਹੇ ਦੀ ਕੋਰ, ਜੇ ਤੁਹਾਨੂੰ ਨਾ ਬਿਜਲੀ ਮੋਟਰ ਵਿੱਚ ਨਰਮ ਲੋਹੇ ਦੀ ਕੋਰ ਹੁੰਦੀ, ਜਿਸ 'ਤੇ ਕੁੰਡਲੀ ਨਾਲ ਜਿਸ 'ਤੇ ਕੁੰਡਲੀ ਹੈ, ਨਾਲ ਵਾਲੀ ਕੁੰਡਲੀ ਨੂੰ ਕਿਹਾ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਹੈ ਨਾਲ ਵਾਲੀ ਨੂੰ ਆਰਮੇਚਰ। ਕੀ ਬੋਲਦੇ? ਆਰਮੇਚਰ। ਇੱਕ ਡਾਇਨਮੋ, ਡਾਇਨਮੋ ਕਿਹਨੂੰ ਪਰਿਵਰਤਿਤ ਕਰਦਾ? ਹੁਣ ਆਪਾਂ ਕੀਤਾ ਜਨਰੇਟਰ, ਜੰਤਰਿਕ ਊਰਜਾ ਨੂੰ ਬਿਜਲੀ ਊਰਜਾ ਦੇ ਵਿੱਚ। ਨੈਕਸਟ ਇਹਦੇ ਨਾਲ ਰਿਲੇਟਡ ਕੁਛ ਮੈਨੂੰ ਇੰਪੋਰਟੈਂਟ ਕੁਐਸਚਨ ਹੋਰ ਲੱਗੇ ਜਿਹੜੇ ਮੈਂ ਇੱਥੇ ਲਈ, ਕਿਉਂਕਿ ਬਿਜਲੀ ਧਾਰਾ ਵਾਲਾ ਚਾਲਕ ਬਲ ਨੂੰ ਅਨੁਭਵ ਕਰਦਾ ਹੈ ਜਦੋਂ ਇਸ ਨੂੰ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ। ਦੇਖੋ ਜਿੱਦਾਂ ਨਾ ਕੋਈ ਵੀ ਤੁਸੀਂ ਬਿਜਲੀ ਧਾਰਾ ਵਾਲਾ ਚਾਲਕ ਆ ਨਾ, ਉਹਨੂੰ ਚੁੰਬਕੀ ਖੇਤਰ 'ਚ ਰੱਖੋਗੇ, ਉਹਨੂੰ ਕੋਈ ਬਲ ਐਕਸਪੀਰੀਅੰਸ ਹੋਏਗਾ। ਜਿੱਦਾਂ ਬਿਜਲੀ ਧਾਰਾ ਲੈ ਕੇ ਜਾਣ ਵਾਲੇ ਚਾਲਕ ਦੁਆਰਾ ਖੇਤਰ ਵਿੱਚ ਕੀਤੇ ਕਾਰਜ ਕਾਰਨ ਅਤੇ ਚੁੰਬਕੀ ਖੇਤਰ ਜਿਸ ਵਿੱਚ ਚਾਲਕ ਰੱਖਿਆ ਹੈ ਉਸ ਦੇ ਕਾਰਨ। ਇਸ ਕਰਕੇ ਜਿੱਦਾਂ ਤੁਸੀਂ ਉਹਨੂੰ ਚੁੰਬਕੀ ਖੇਤਰ ਦੇ ਵਿੱਚ ਰੱਖ ਦਿੱਤਾ ਨਾ, ਲੈਟਸ ਸੇ ਦਿਸ ਇਜ਼ ਦਾ ਨੌਰਥ ਪੋਲ, ਦਿਸ ਇਜ਼ ਦਾ ਸਾਊਥ ਪੋਲ, ਇਹਦੇ ਵਿੱਚ ਤੁਸੀਂ ਕਿਸੇ ਕਰੰਟ ਕੈਰਿੰਗ ਕੰਡਕਟਰ ਨੂੰ ਰੱਖ ਦਿਓ। ਠੀਕ ਹੈ, ਉਹਦੇ ਕਾਰਨ ਨੂੰ ਕੀ ਐਕਸਪੀਰੀਅੰਸ ਕਰੇਗਾ? ਕੋਈ ਚਾਲਕ ਬਲ ਲੱਗੇਗਾ। ਠੀਕ ਹੈ, ਬਲ ਨੂੰ ਅਨੁਭਵ, ਫੋਰਸ ਲੱਗੇਗਾ। ਕਦੋਂ ਲੱਗੇਗਾ? ਜਦੋਂ ਉਹਨੂੰ ਤੁਸੀਂ ਚੁੰਬਕੀ ਖੇਤਰ ਦੇ ਵਿੱਚ ਰੱਖੋਗੇ। ਚੁੰਬਕੀ ਖੇਤਰ ਨੂੰ ਕੀ ਹੁੰਦਾ ਹੈ? ਜਦੋਂ ਸੋਲੇਨੋਇਡ ਤੋਂ ਬਿਜਲੀ ਧਾਰਾ ਉਲਟੇ, ਸੋਲੇਨੋਇਡ ਇੱਦਾਂ ਜਿੱਦਾਂ ਇੱਕ ਰੋਡ ਆ, ਉਹਦੇ 'ਤੇ ਤੁਸੀਂ ਹੈਲੀਕਲ ਸ਼ੇਪ ਦੇ ਵਿੱਚ ਕੋਈ ਵਾਇਰਿੰਗ ਕੀਤੀ ਹੋਈ ਹੈ। ਠੀਕ ਹੈ, ਉਹ ਸੋਲੇਨੋਇਡ ਆ। ਠੀਕ ਹੈ, ਕੀ ਹੁੰਦਾ ਜਦੋਂ ਇਹਦੇ ਵਿੱਚੋਂ ਤੁਸੀਂ ਬਿਜਲੀ ਧਾਰਾ ਉਲਟ ਕਰ ਦਿੰਦੇ, ਉਲਟ ਡਾਇਰੈਕਸ਼ਨ 'ਚ ਕਰ ਦਿੰਦੇ, ਫਿਰ ਚੁੰਬਕੀ ਖੇਤਰ ਵੀ ਉਲਟੇ ਡਾਇਰੈਕਸ਼ਨ 'ਚ ਹੋ ਜਾਣਾ। ਭਾਰਤ ਵਿੱਚ ਏਸੀ ਦੀ ਆਵਿਰਤੀ ਮਤਲਬ ਫ੍ਰੀਕੁਐਂਸੀ ਜਿਹੜੀ ਉਹ ਕਿੰਨੀ ਹੈ? 50 ਹਰਟਸ, ਜਿਹੜੀ ਘਰਾਂ 'ਚ 50 ਹਰਟਸ। ਠੀਕ ਹੈ, ਅਤੇ ਜੇ ਉਹਦਾ 220 ਵੋਲਟੇਜ ਅਤੇ ਫ੍ਰੀਕੁਐਂਸੀ 50 ਹਰਟਸ। ਇੱਕ ਜੰਤਰ ਦਾ ਨਾਂ ਦੱਸੋ ਜਿਵੇਂ ਚੁੰਬਕ ਦਾ ਨਿਰਦੇਸ਼ ਗੁਣ ਪ੍ਰਯੋਗ ਹੁੰਦਾ ਹੈ, ਆਪਣੀ ਦਿਸ਼ਾ ਸੂਚਕ ਸੂਈ। ਠੀਕ ਹੈ, ਕੰਪਾਸ ਦੇ ਵਿੱਚ ਵੀ ਆਪਾਂ ਯੂਜ਼ ਕਰਦੇ ਹਾਂ। ਚੁੰਬਕੀ ਖੇਤਰ ਵਿੱਚ ਖੇਤਰ ਦੀਆਂ ਰੇਖਾਵਾਂ ਦੀ ਨੇੜਤਾ ਕੀ ਦਰਸਾਉਂਦੀ ਹੈ? ਮਤਲਬ ਜੋ ਨੇੜੇ ਆ ਉਹ ਕੀ ਦਰਸਾਉਂਦੀ ਹੈ? ਇਹਦਾ ਮਤਲਬ ਕੀ ਹੁੰਦਾ ਆ? ਉਹ ਖੇਤਰ ਦੀ ਉੱਥੇ ਮਜ਼ਬੂਤੀ ਨੂੰ ਦੱਸਦੀ, ਯਾਨੀ ਕਿ ਉੱਥੇ ਮੈਗਨੈਟਿਕ ਇੰਟੈਂਸਿਟੀ ਜ਼ਿਆਦਾ ਆ, ਜ਼ਿਆਦਾ ਕਾ ਚੁੰਬਕੀ ਖੇਤਰ ਜ਼ਿਆਦਾ ਆ। ਬਿਜਲੀ ਪ੍ਰਭਾਵ ਦਾ ਕੀ ਪ੍ਰਭਾਵ ਬਿਜਲੀ ਚੁੰਬਕ ਕਾਰਜ ਕਰਦਾ ਹੈ? ਬਿਜਲੀ ਪ੍ਰਭਾਵ ਦਾ ਕੀ ਪ੍ਰਭਾਵ ਬਿਜਲੀ ਚੁੰਬਕ ਕਾਰਜ ਕਰਦਾ ਹੈ? ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ 'ਤੇ ਕਾਰਜ ਕਰਦਾ ਹੈ। ਠੀਕ ਹੈ, ਮਤਲਬ ਚੁੰਬਕੀ ਪ੍ਰਭਾਵ ਦੱਸਿਆ ਨਾ ਤੁਹਾਨੂੰ, ਜਦੋਂ ਆਪਾਂ ਮੈਗਨੈਟਿਕ ਫੀਲਡ ਦੇ ਅੰਦਰ ਰੱਖਣਾ, ਫਿਰ ਉਹਨਾਂ 'ਤੇ ਇੱਕ ਬਲ ਲੱਗਣਾ ਹੈ। ਠੀਕ ਹੈ, ਚੁੰਬਕੀ ਖੇਤਰ ਦਾ SI ਇਕਾਈ ਕੀ ਹੈ? ਇਹ ਬਹੁਤ ਇੰਪੋਰਟੈਂਟ ਹੈ, ਟੈਸਲਾ, ਵੈਰੀ ਇੰਪੋਰਟੈਂਟ। ਨੈਕਸਟ, ਜੇਕਰ ਅਸੀਂ ਚੁੰਬਕੀ ਸੂਈ ਨੂੰ ਬਿਜਲੀ ਧਾਰਾ ਵਾਲੀ ਸਿੱਧੀ ਤਾਰ ਤੋਂ ਦੂਰ ਲੈ ਕੇ ਜਾਂਦੇ ਹਾਂ, ਮਤਲਬ ਚੁੰਬਕੀ ਸੂਈ ਜਿਹੜੀ ਆ ਉਹਨੂੰ ਬਿਜਲੀ ਧਾਰਾ ਵਾਲੀ ਸਿੱਧੀ ਤਾਰ ਤੋਂ ਦੂਰ ਲੈ ਕੇ ਜਾਂਦੇ ਹਾਂ, ਤਾਂ ਚੁੰਬਕੀ ਸੂਈ ਦੇ ਨਾਲ ਰਸਤੇ ਦਾ ਕੀ ਹੋਵੇਗਾ? ਤਾਂ ਚੁੰਬਕੀ ਸੂਈ ਦੇ ਨਾਲ ਰਸਤੇ ਦਾ ਕੀ ਹੋਵੇਗਾ? ਇਹ ਘਟ ਜਾਵੇਗਾ। ਠੀਕ ਹੈ, ਚੁੰਬਕੀ ਖੇਤਰ ਉੱਥੇ ਕੀ ਹੋ ਜਾਏਗਾ? ਇਹ ਘਟ ਜਾਵੇਗਾ। ਨੈਕਸਟ, ਮਤਲਬ ਕਿ ਡਿਸਟੈਂਸ ਦੀ ਗੱਲ ਕੀਤੀ ਉਹਨੇ, ਰਸਤੇ ਦਾ ਮਤਲਬ ਦੂਰੀ ਦਾ। ਜੇਕਰ ਸਿੱਧੇ ਚਾਲਕ ਦੇ ਖੱਬੇ ਪਾਸੇ, ਮਤਲਬ ਸਿੱਧੇ ਚਾਲਕ ਦੇ ਸਟ੍ਰੇਟ ਕੰਡਕਟਰ ਆ, ਉਹਦੇ ਖੱਬੇ ਪਾਸੇ ਚੁੰਬਕੀ ਖੇਤਰ ਉੱਪਰ ਦੀ ਦਿਸ਼ਾ ਵੱਲ ਸੰਕੇਤ ਕਰ ਰਿਹਾ ਹੈ। ਠੀਕ ਹੈ, ਸੱਜੇ ਪਾਸੇ ਚੁੰਬਕੀ ਖੇਤਰ ਦੀ ਦਿਸ਼ਾ ਕੀ ਹੋਵੇਗੀ? ਫਿਰ ਉਹ ਹੇਠਾਂ ਵੱਲ ਹੋ ਜਾਣੀ, ਉਲਟਾ ਹੋ ਜਾਣਾ। ਠੀਕ ਹੈ, ਪਰਿਸਥਿਤੀ ਦਾ ਵਰਣਨ ਕਰੋ ਜਦੋਂ ਇੱਕ ਦਿੱਤੀ ਗਈ
ਗਤੀ ਵਿੱਚ ਚੁੰਬਕੀ ਖੇਤਰ ਤੋਂ ਲੰਘਦਾ ਇੱਕ ਇਲੈਕਟ੍ਰੋਨ ਬਹੁਤ ਵੱਧ ਵੱਲ ਅਨੁਭਵ ਕਰਦਾ ਜਦੋਂ ਉਹਨੂੰ ਬਹੁਤ ਜ਼ਿਆਦਾ ਵੱਲ ਲੱਗਦਾ ਆ। ਠੀਕ ਹੈ, ਮਤਲਬ ਕਿ ਇਹ ਉਦੋਂ ਹੁੰਦਾ ਆ ਜਦੋਂ ਇਹ ਚੁੰਬਕੀ ਖੇਤਰ ਦਿਸ਼ਾ ਦੇ ਲੰਬ ਰੂਪ ਮਤਲਬ ਉਹਦੇ ਪਰਪੈਂਡੀਕੂਲਰ ਗਤੀ ਕਰਦਾ ਹੈ। ਠੀਕ ਹੈ, ਜਦੋਂ ਜਿਹੜਾ ਵੀ ਤੁਸੀਂ ਉਹ ਕੰਡਕਟਰ ਆ ਜਿੱਥੇ ਗੱਲ ਕੀਤੀ ਆ ਇਲੈਕਟ੍ਰੋਨ ਆ ਉਹ ਚੁੰਬਕੀ ਖੇਤਰ ਦੇ ਲੰਬ ਰੂਪ ਮਤਲਬ ਪਰਪੈਂਡੀਕੂਲਰ ਜਾਂਦਾ ਆ ਦੈਨ ਉਹ ਜਿਹੜਾ ਆ ਮੈਕਸੀਮਮ ਫੋਰਸ ਜਿਹੜਾ ਐਕਸਪੀਰੀਅੰਸ ਕਰਦਾ ਆ। ਨੈਕਸਟ ਹੈ ਜੀ ਛੜ ਚੁੰਬਕ ਦੇ ਦੋ ਧਰੁਵ ਕੀ ਹੁੰਦੇ ਪਤਾ ਹੈ, ਉੱਤਰ ਧਰੁਵ ਦੱਖਣ ਨਾਰਥ ਸਾਊਥ। ਚੁੰਬਕੀ ਵਾਲੇ ਰੇਖਾਵਾਂ ਦੀ ਆਵਰਤੀ ਬਾਰੇ ਖਾਸ ਗੁਣ। ਠੀਕ ਹੈ, ਇਹ ਬੰਦ ਵਰਕ ਹੁੰਦੀਆਂ ਹੈ। ਠੀਕ ਹੈ, ਮਤਲਬ ਕਲੋਜ਼ਡ ਲੂਪ ਬਣਾਉਂਦੀਆਂ। MRI ਕੀ ਹੈ, ਚੁੰਬਕੀ ਅਨੁਨਾਦ ਹੀ ਹੈ। ਠੀਕ ਹੈ, ਕੀ ਪ੍ਰੇਰਕ ਬਿਜਲੀ ਧਾਰਾ ਉਤਪੰਨ ਹੋਵੇਗੀ ਜੇਕਰ ਚੁੰਬਕ ਨੂੰ ਕੁੰਡਲੀ ਦੇ ਅੰਦਰ ਜਾਂ ਬਾਹਰ ਰੱਖਿਆ ਜਾਵੇ? ਨਹੀਂ। ਠੀਕ ਹੈ, ਫਿਰ ਨਹੀਂ ਹੋਣੀ। ਸੋਲੇਨਾਈਡ ਦੇ ਅੰਦਰ ਖੇਤਰੀ ਰੇਖਾਵਾਂ ਸਮਾਨਾਂਤਰ ਸਿੱਧੀ ਰੇਖਾਵਾਂ ਦੇ ਰੂਪ ਵਿੱਚ ਹਨ। ਇਹ ਕੀ ਦਰਸਾਉਂਦਾ ਹੈ? ਇਹ ਦਰਸਾਉਂਦਾ ਆ ਕਿ ਜਿਹੜੀ ਸੋਲੇਨਾਈਡ ਦੇ ਅੰਦਰ ਖੇਤਰੀ ਰੇਖਾਵਾਂ ਨਾ ਉਹ ਸਾਰੇ ਬਿੰਦੂਆਂ 'ਤੇ ਸਮਾਨ ਹੀ ਆ, ਹਰ ਜਗ੍ਹਾ ਸਮਾਨ ਹੈ, ਇਸ ਕਰਕੇ ਉਹ ਜਿਹੜੀਆਂ ਸਿੱਧੀਆਂ ਜਾ ਰਹੀਆਂ ਆ। ਨੈਕਸਟ ਗੈਲਵੈਨੋਮੀਟਰ ਕੀ ਹੈ? ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਗੈਲਵੈਨੋਮੀਟਰ ਇੱਕ ਯੰਤਰ ਹੈ ਜੋ ਸਰਕਟ ਵਿੱਚ ਬਿਜਲੀ ਧਾਰਾ ਦੀ ਮੌਜੂਦਗੀ ਮਤਲਬ ਟੈਸਟ ਕਰਦਾ ਉਹ 'ਚ ਕੋਈ ਸਮਾਲ ਕਰੰਟ ਕੋਈ ਹੈ ਕਿ ਨਹੀਂ ਹੈ। ਬਿਜਲੀ ਜਨਰੇਟਰ ਕੀ ਹੈ? ਜੋ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ 'ਚ ਕਨਵਰਟ ਕਰਦਾ, ਆਪਾਂ ਦੇਖ ਲਿਆ। ਠੀਕ ਹੈ, ਇਹ ਪ੍ਰਿੰਸੀਪਲ ਉਹੀ ਹੈ ਕਿ ਬਿਜਲੀ ਉਤਪੰਨ ਕਰਨ ਦੇ ਲਈ ਚੁੰਬਕੀ ਖੇਤਰ ਵਿੱਚ ਚਾਲਕ ਨੂੰ ਘੁਮਾਉਣ ਦੇ ਲਈ ਯੰਤਰਿਕ ਊਰਜਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਓਵਰ ਹੀਟਿੰਗ ਕੀ ਕਿਸ ਕਾਰਨ? ਜਿੱਦਾਂ ਓਵਰਲੋਡਿੰਗ, ਜ਼ਿਆਦਾ ਲੋਡਿੰਗ ਹੋ ਜਾਵੇ ਫਿਰ ਵੀ ਓਵਰ ਹੀਟਿੰਗ ਹੁੰਦੀ ਹੈ, ਸ਼ਾਰਟ ਸਰਕਟਸ ਹੋ ਜਾਣ ਫਿਰ। ਉਸ ਤੋਂ ਬਾਅਦ ਬਿਜਲੀ ਮੋਟਰ ਕੀ ਹੈ? ਇਹ ਬਿਜਲੀ ਊਰਜਾ ਨੂੰ ਯੰਤਰਿਕ ਊਰਜਾ 'ਚ ਬਦਲਦਾ। ਇਹ ਦੋ ਬਹੁਤ ਇੰਪੋਰਟੈਂਟ, ਡਾਇਨਮੋ, ਬਿਜਲੀ ਜਨਰੇਟਰ, ਬਿਜਲੀ ਮੋਟਰ ਕਿਹੜੀ ਊਰਜਾ ਨੂੰ ਕਿਹ 'ਚ ਕਨਵਰਟ ਕਰਦੇ? ਕੁਐਸਚਨ ਆ ਜਾਂਦੇ ਪੇਪਰ 'ਚ। ਠੀਕ ਹੈ, ਨੈਕਸਟ ਦੇਖੋ 1 ਮਾਈਕਰੋ ਐਂਪੀਅਰ ਦੀ ਵੈਲਿਊ ਕੀ ਹੈ? ਮਾਈਕਰੋ ਮਤਲਬ 10⁻⁻6 ਮੀਟਰ, ਯਾਦ ਰੱਖਣਾ। ਠੀਕ ਹੈ, ਐਂਪੀਅਰ ਯੂਨਿਟ ਆਫ ਕਰੰਟ। ਐਮੀਟਰ ਹਮੇਸ਼ਾ ਕਿੱਦਾਂ ਜੋੜਿਆ ਜਾਂਦਾ? ਇਹ ਹਮੇਸ਼ਾ ਲੜੀਬੱਧ ਮਤਲਬ ਸੀਰੀਜ਼ ਦੇ ਵਿੱਚ ਲੱਗਦਾ। ਲੈਟਸ ਸੇ ਦਿਸ ਇਜ਼ ਅ ਸਰਕਟ, ਇਸ ਸੀਰੀਜ਼ ਦੇ ਵਿੱਚ ਹੀ ਲੱਗੇਗਾ ਐਮੀਟਰ। ਠੀਕ ਹੈ, ਇਹਨੂੰ ਸਰਕਟ ਵਿੱਚ ਲੜੀਬੱਧ। ਠੀਕ ਹੈ, ਸਮਾਨਾਂਤਰ ਨਹੀਂ ਲੱਗੇਗਾ। ਜਿੱਦਾਂ ਵੋਲਟ ਮੀਟਰ ਹੈ ਨਾ ਉਹ ਪੈਰਲਲ 'ਚ ਲੱਗਦਾ ਸਮਾਨਾਂਤਰ 'ਚ, ਜਿਹੜਾ ਐਮੀਟਰ ਆ ਉਹ ਲੜੀਬੱਧ ਮਤਲਬ ਸੀਰੀਜ਼ ਦੇ ਵਿੱਚ ਲੱਗੇਗਾ। ਨਿਕਰੋਮ ਉਦਾਹਰਣ ਹੈ ਕੰਡਕਟਰ ਦਾ ਕਿਉਂਕਿ ਇਹ 'ਚ ਕਰੰਟ ਪਾਸ ਕਰ ਜਾਂਦਾ ਆ। ਠੀਕ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਬਿਜਲੀ ਬੱਲਬ ਦੇ ਫਿਲਾਮੈਂਟ ਵਿੱਚ? ਟੰਗਸਟਨ, ਬਹੁਤ ਇੰਪੋਰਟੈਂਟ ਆ। ਠੀਕ ਹੈ, ਇਹਦੇ ਵਿੱਚ ਯੂਜ਼ ਹੁੰਦੀ ਆ। ਨਿਕਰੋਮ ਜਿੱਦਾਂ ਹੀਟਰਸ ਵਗੈਰਾ ਦੇ ਵਿੱਚ ਹੋ ਜਾਂਦੀ ਆ। ਇੱਕ ਲੜੀਬੱਧ ਸਰਕਟ ਵਿੱਚ ਕਿਹੜਾ ਗੁਣ ਫਿਲਾਮੈਂਟ ਵਿੱਚ ਸਮਾਨ ਹੁੰਦਾ ਹੈ? ਲੜੀਬੱਧ ਸਰਕਟ ਵਿੱਚ ਕਿਹੜਾ ਗੁਣ ਫਿਲਾਮੈਂਟ ਵਿੱਚ ਸਮਾਨ ਹੁੰਦਾ? ਉਹ ਦੋਨੇ ਹੁੰਦਾ ਕਿ ਬਿਜਲੀ ਦੀ ਧਾਰਾ ਉਹਨਾਂ 'ਚ ਸਮਾਨ ਹੀ ਜਾਂਦੀ ਆ। ਵੈਸੇ ਵੀ ਜੋ ਲੜੀਬੱਧ ਆ ਉਹਨਾਂ 'ਚ ਸਮਾਨ ਹੀ ਜਾਣਾ ਅੱਗੇ ਤੋਂ ਅੱਗੇ ਕਰੰਟ। ਇੱਦਾਂ ਹੁੰਦਾ ਨਾ ਜਿੱਦਾਂ ਲੜੀਬੱਧ ਸਰਕਟ ਜਿੱਦਾਂ ਹੁਣ ਇੱਕੋ ਲੜੀ 'ਚ ਲੱਗਿਆ, ਬਟ ਜੇ ਮੈਂ ਸਮਾਨਤਾ ਦੀ ਗੱਲ ਕਰਾਂ ਇੱਕ ਇੱਥੇ ਉਹ 'ਚ ਡਿਵਾਈਡ ਹੋ ਜਾਂਦਾ। ਠੀਕ ਹੈ, ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰਤੀਰੋਧ ਵਿੱਚ ਸਰਕਟ ਵਿੱਚ ਵੋਲਟੇਜ ਅਤੇ ਬਿਜਲੀ ਧਾਰਾ I ਦਾ ਗ੍ਰਾਫ ਹੈ? ਜੇ ਤੁਹਾਨੂੰ ਓਮਸ ਲਾ ਬਾਰੇ ਪਤਾ ਹੋਵੇ, ਓਮਸ ਲਾ ਨੇ ਕੀ ਕਿਹਾ ਸੀ ਕਿ ਜਿਹੜੀ ਵੋਲਟੇਜ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਹੈ ਨਾ, ਮਤਲਬ ਜਿੰਨਾ ਇਹ ਵਧੇਗਾ ਉਨਾ ਹੀ ਵਧੇਗਾ। ਸੋ ਉਹਦੇ ਅਕੋਰਡਿੰਗ ਗ੍ਰਾਫ ਇਹ ਵਾਲਾ ਹੋ ਜਾਏਗਾ ਸਟ੍ਰੇਟ ਲਾਈਨ। ਠੀਕ ਹੈ, ਸੋ C ਆਪਸ਼ਨ ਇਜ਼ ਦਾ ਰਾਈਟ ਆਂਸਰ। ਬਿਜਲੀ ਧਾਰਾ ਦੀ SI ਇਕਾਈ ਕੀ ਹੈ? ਐਂਪੀਅਰ। ਠੀਕ ਹੈ, ਜੇ ਤੁਹਾਨੂੰ ਇਹ ਬਿਜਲੀ ਧਾਰਾ ਦੀ ਪੁੱਛੀ ਹੋਈ ਹੈ, ਇਹਦੇ ਚਾਰਜ ਦੀ ਪੁੱਛ ਲਵੇ ਤਾਂ ਕੂਲਮ। ਨੈਕਸਟ ਪੋਟੈਂਸ਼ੀਅਲ ਅੰਤਰ। ਠੀਕ ਹੈ, ਦੋ ਪੋਟੈਂਸ਼ੀਅਲਸ ਦੇ ਵਿੱਚ ਅੰਤਰ ਉਹੀ ਵੋਲਟੇਜ ਆ, ਉਹਦੇ ਯੂਨਿਟ ਹੋ ਗਏ ਵੋਲਟ। ਪ੍ਰਤੀਰੋਧ ਜਿਹੜੀ ਉਹਨੂੰ ਰਜਿਸਟੈਂਸ ਰੋਕ ਲੱਗ ਰਹੀ ਆ ਉਹਦੇ ਯੂਨਿਟ ਹੁੰਦੇ ਓਮ, ਇਹ ਸਾਈਨ ਹੁੰਦਾ ਉਹਦਾ ਓਮ। ਠੀਕ ਹੈ, ਜਦੋਂ ਵੋਲਟੇਜ ਅਸੀਂ ਕੱਢਦੇ ਨਾ ਓਮਸ ਲਾ ਤੋਂ ਉੱਥੇ ਸਾਡੇ ਕੋਲ ਜਿਹੜਾ ਕਾਂਸਟੈਂਟ ਆਉਂਦਾ R ਆਉਂਦਾ ਰਜਿਸਟੈਂਸ, ਉਹਦਾ ਪ੍ਰਤੀਰੋਧ ਉਹਨੂੰ ਬੋਲਦੇ ਕਿੰਨੀ ਰੋਕ ਲੱਗ ਰਹੀ ਉਹਨੂੰ। ਚਾਲਕ ਦਾ ਪ੍ਰਤੀਰੋਧ ਕਿਹ 'ਤੇ ਨਿਰਭਰ ਕਰਦਾ? ਦੇਖੋ ਸਿੱਧੇ ਤੌਰ 'ਤੇ ਲੰਬਾਈ ਨਾ, ਠੀਕ ਹੈ, ਅਸਿੱਧੇ ਤੌਰ 'ਤੇ ਮਤਲਬ ਇਨਵਰਸਲੀ ਉਹ ਕਰਦਾ ਏਰੀਏ 'ਤੇ। ਠੀਕ ਹੈ, ਸੋ ਮਤਲਬ ਕਿੰਨਾ ਖੇਤਰਫਲ ਹੈ, ਜਿੰਨਾ ਖੇਤਰਫਲ ਵਧੇਗਾ ਪ੍ਰਤੀਰੋਧ ਨੇ ਉਨਾ ਘਟਣਾ, ਪਰ ਜੇ ਲੰਬਾਈ ਵਧੇਗੀ ਪ੍ਰਤੀਰੋਧ ਵਧੇਗਾ। ਠੀਕ ਹੈ, ਅਤੇ ਪਦਾਰਥ ਦੀ ਪ੍ਰਕਿਰਤੀ ਕਿੱਦਾਂ, ਨੇਚਰ ਕਿੱਦਾਂ ਦਾ, ਸੁਭਾਅ ਕਿੱਦਾਂ ਦਾ, ਉੱਤੇ ਵੀ ਡਿਪੈਂਡ ਕਰਦਾ, ਸਾਰਿਆਂ 'ਤੇ ਹੀ ਡਿਪੈਂਡ ਕਰਦਾ। ਇਹ ਬਹੁਤ ਇੰਪੋਰਟੈਂਟ ਆ। ਨੈਕਸਟ ਜੀ ਪ੍ਰਤੀਰੋਧ ਦਿਖਾਏ ਹੋਏ ਤੁਹਾਨੂੰ ਇਹ ਬਹੁਤ ਇੰਪੋਰਟੈਂਟ ਆ। ਹੁਣੇ ਮੈਂ ਤੁਹਾਨੂੰ ਦੱਸਿਆ ਸੀ ਜੇ ਤੁਸੀਂ ਇਹ 3 ਰਜਿਸਟਰ ਆ, ਠੀਕ ਆ, R1 R2 R3, ਇਹਨਾਂ ਨੂੰ ਸਮਾਨਾਂਤਰ ਵਿੱਚ ਜੋੜਿਆ। ਆਹ ਦੇਖੋ ਸਮਾਨਾਂਤਰ, ਠੀਕ ਹੈ, ਮਤਲਬ ਪੈਰਲਲ ਦੇ ਵਿੱਚ ਜੋੜਿਆ ਤੁਸੀਂ ਇਹਨਾਂ ਨੂੰ। ਇੱਧਰ ਅਸੀਂ ਬੈਟਰੀ ਅੱਗੇ ਕਨੈਕਟ ਕਰ ਦਾਂਗੇ ਸਰਕਟ ਦੇ ਵਿੱਚ। ਠੀਕ ਹੈ, ਤਾਂ ਹੁਣ ਕਹਿੰਦਾ ਇਹਨਾਂ ਦਾ ਪ੍ਰਤੀਰੋਧ ਦਾ ਜੋੜ ਇਨਵਰਸ 'ਚ 1/R1 + 1/R2 + 1/R3। ਇਨ ਕੇਸ ਜੇ ਇਹੀ ਪੇਪਰ 'ਚ ਤੁਹਾਨੂੰ ਕੁਐਸਚਨ ਆ ਜਾ ਲੜੀਬੱਧ 'ਚ R1 R2
R3 ਤਿੰਨੋਂ ਸੀਰੀਜ਼ ਦੇ ਵਿੱਚ ਲਗਾ ਦਿੱਤੇ, ਲੜੀਬੱਧ 'ਚ ਲਗਾ ਦਿੱਤੇ। ਇੱਥੇ ਅੱਗੇ बैटरी ਆਪਾਂ ਜੋੜ ਦਾਂਗੇ, ठीक है, बना लेना सही, नेगेटिव पॉजिटिव। तो ये जो प्रतिरोध का जोड़ आएगा वो आएगा R1 + R2 + R3 उपर ही जुड़नगे, बट जे समानांतर है फिर वो डिवाइड होकर जुड़नगे 1/R1 + 1/R2 + 1/R3। नैक्सट है जी लड़ी सर्किट विच किहड़ी चीज़ स्थिर हुंदी है। देखो हुणे मैंने लड़ी सर्किट मतलब सीधा जा रहा, हुण वो दसो, तुसीं आप सोचो, ਹੁਣੇ मैं तुहानूं समझा के हटी, दिस इज़ R1, दिस इज़ R2, दिस इज़ R3 ਇੱਕੋ ਲੜੀ 'ਚ ਲੱਗੇ ਆ। ਇਹ ਅਸੀਂ ਉਹਨੂੰ बैटरी ਨਾਲ कनैक्ट कर दिता। सो दिस इज़ द V वोल्टेज, करंट गया। ਹੁਣ ਦੱਸੋ ਇੱਥੋਂ करंट जिन्ना जाएगा ਅੱਗੇ जिन्ना जाएगा ਉਹਨੇ करंट सेम ही रहेगा। ਉਹ ਤਾਂ ਜੇ ਮੈਂ समानांतर ਚਲਾਉਂਦੀ ਫਿਰ करंट ਜਿਹੜਾ ਪਿੱਛੋਂ ਆ ਰਿਹਾ डिवाइड हो जाना ਸੀ, थोड़ा ਐਨੂੰ थोड़ा ਐਨੂੰ थोड़ा ਐਨੂੰ, बट इस टाइम करंट की रहेगा कॉन्स्टेंट, बिजली धारा की रहेगी स्थिर रहेगी। सो ऑप्शन नंबर इज़ द राइट आंसर। इदा ही दूसरा जोड़ा जे मैं समानांतर च लगा देवां इदा 3 सर्किट, ठीक है जी, अगे मैं इधर बैटरी ना कनैक्ट कर देवां, इत्थे R1 लेट से R2 R3 इदा फिर इन्हां च की कॉन्स्टेंट रहिंदा, पोटेंशियल अंतर कॉन्स्टेंट रहिंदा। बस ये ध्यान रखियो, बहुत इंपॉर्टेंट है, जिहड़े मैं तुहानूं 3 क्वेश्चन ते दस्से। नैक्सट है जी दूर दीयां वस्तुआं नूं देखण लई व्यक्ति दी असमर्था नूं की कहा जांदा है। इत्थे दूर दीयां वस्तुआं बंदा सही तरह नहीं देख पा रहा, देखो थोड़ा जिहा गलत किया, मायोपिया हुंदा, लागे दीयां चीज़ां तुहानूं सही दिखदियां, दूर दीयां नहीं सही दिखदियां, हुंदा मायोपिया, सही कर लेना। नेड़ियां वस्तुआं नूं देखण दी व्यक्ति दी असमर्था, जे उहनूं लागे दीयां सही नहीं दिखियां फिर हुंदा हाइपर मायोपिया। आकाश दा नीले रंग दी वजह है खिंडरन, ठीक है, जो स्कैटरिंग हुंदी लाइट दी। सफेद प्रकाश दे विवेखण दी मदद द्वारा अनुभव किया जा सकता है। तुसीं प्रिज्म दे विच्चों तुहानूं पता ना 7 रंगां चों अगे टुट जांदा विवेखण उहनूं कहंदे। सफेद रोशनी च किन्ने रंग हुंदे, 7 रंग, पता ही 7 रंगां च फिर प्रिज्म दे थ्रू टुटदी है, डिस्पर्शन जिहनूं बोल दिंदे आपां। आम अख लई दूर दृष्टि दी घੱਟ ਤੋਂ घੱਟ 25 सेंटीमीटर, ठीक है, नीयर पॉइंट ये हुंदा, फार पॉइंट तो इनफिनिटी ते चल जांदा। मायोपिया तो पीड़ित व्यक्ति चश्मे का प्रयोग करेगा। देखो जे मायोपिया ना तो वह अवतल लेंस यूज़ करेगा, जे उन्होंने हाइपर मायोपिया फिर वो उत्तल लेंस यूज़ करेगा। ये दोनों नोट कर लेने। परावर्तन पता है ना, दिस इज़ द पॉलिश सरफेस, कोई रे आई इस टकरा के वापस चल गई, दिस इज़ द इंसीडेंट रे, दिस इज़ द रिफ्लैक्टिव रे, मतलब जिस मीडियम च आ रही उसी माध्यम च वापस चल गई है, उन्होंने बोलते प्रकाश का परिवर्तन, ठीक है। ये प्रकाश का जोड़ा वेग है ना वो बराबर ही रहिंदा है, ठीक है। तुसीं नाल इत्थे कोई नॉर्मल ड्रॉ करदे आ तो ये एंगल इंसीडेंट बनता आई, रिफ्लैक्टेड आर, तो आई एंगल तो आर एंगल भी बराबर रहिंदे, तो तीनों सेम प्लेन च लाई करदे, नॉर्मल, इंसीडेंट रे ते रिफ्लैक्टेड। वक्रता अर्धव्यास ते फोकल लंबाई दे विच की अंतर, वेरी 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 इंपॉर्टेंट क्वेश्चन। R = 2F, ठीक है। नाउ वट इज़ द R, वट इज़ द F, जिद्दां हुण तुसीं कोई स्फैरिकल मिरर ले लो, लेट्स से दिस इज़ द स्फैरिकल मिरर, ठीक है, ए दा सेंटर वाला पोल हो जाएगा, ठीक है। लेट्स से जब आप मैं वधा देवां, ये कोई सफीयर ही होएगा तो वह कोई सेंटर होएगा ना, सेंटर ऑफ करवेचर बोलते, उत्थे तक की दूरी नूं असीं रेडियस ऑफ करवेचर बोलते R, तो जिथे रे जड़ियाँ टकरा के मीट करदियां प्रिंसीपल एक्सिस, वो हो गया फोकस, तो उत्थे तक की दूरी नूं बोलते फोकस लेंथ F। तो इन्हां च रिलेशन की हुंदा, R = हमेशा 2F दे बराबर हुंदा, ठीक है जी। नैक्सट, जदों प्रकाश विरले तो संघने माध्यम विच प्रवेश करता है, देखो हुण देखो माध्यम हो रहे चेंज, लेट से दिस इज़ एयर, दिस इज़ वाटर, प्रकाश विरले तो संघने वाल चला गया, ठीक है। हुण देखो बिच मैं नॉर्मल ड्रॉ कर दिता, तो इन्हें की करदा ना, मैं दोबारा बना के दिखानी, दिस इज़ वाटर, तो ये बाहर एयर है, इत्थों कोई रे आई, ठीक है। हुण तुहानूं पता है, इत्थों मैं एक नॉर्मल ड्रॉ कर रही, रे ने ये वल नूं बेंड कर जाना, ठीक है, लंब दे वल नूं, क्यों, क्योंकि वाटर डेंसर मीडियम आ, संघन दा ज़्यादा, उन्हें नॉर्मल दे वल नूं चल जाना। जदों भी तुसी विरले तो संघने माध्यम जाओगे ना, तो पर जिहड़ी वेव होनी, जिहड़ी भी होगी प्रकाश, वो लंब दे वल नूं जाएगा, ठीक है। पर जे तुसी संघने तो विरले विच जाओगे फिर परे नूं जाएगा, ठीक है, लंब तो दूर जाएगा। सो ये तो असीं संघने च प्रवेश कीते सी ना, इसलिए लंब दे वल जाएगा। उत्तल लेंस की शक्ति है, ये बहुत इंपॉर्टेंट है, ठीक है, कि उत्तल लेंस की जिहड़ी शक्ति है वो किदां दी है। उत्तल लेंस की जिहड़ी शक्ति है वो धनात्मक मतलब पॉजिटिव हुंदी है, शक्ति मतलब पावर। यही तुहाडे कोल अवतल लेंस होवे फिर तुसीं नैगेटिव लैनी, अगे न्यूमैरिकल मैं कराने उस यूज़ होना।
मूल बिंदु तो सज्जे पासे मापे जाने वाली दूरियां, देखो जो सज्जे पासे नूं जाओगे हमेशा पॉजिटिव साइन लेना, जे नैगेटिव इधर नूं जाओगे खब्बे पासे नूं फिर मूल बिंदु तुहाडा पोल जिहड़ा इहदा सेंटर आ जिहड़ा भी तुहाडा मिरर आ, जो तो पॉजिटिव वाली साइड जाओगे धनात्मक मतलब सज्जे पासे जावांगे, खब्बे पासे जावांगे तो नैगेटिव। जे वडदर्शन धनात्मक है इसका अर्थ प्रतिबिंब की है, उस टाइम जो भी तुहाडा वडदर्शन धनात्मक बनता पाया ना, जी मैगनीफिकेशन कढ़ते आप मतलब इमेज टू दी ऑब्जैक्ट का साइज़ मतलब प्रतिबिंब वटा ऑब्जैक्ट तक का जोड़ा साइज़ वो मतलब कि तुहाडे कोल पॉजिटिव बनता पाया धनात्मक, मतलब जी ये प्रतिबिंब वो हमेशा आभासी ही होगा, याद रखना। गोलाकार दर्पण के वक्रता केंद्र ते पोल, देखो दिस इज़ पोल, वक्रता केंद्र मैं तुहानूं दस्सिया ना स्फेरिकल का पार्ट है तो इत्थे कोई सी होगा, ठीक है। इन्हों क्रॉस करती हुई लाइन कहते मुख धुरा, की कहते प्रिंसीपल एक्सिस मुख धुरा। सौखे है क्वेश्चन। नैक्सट जिदा उस लेंस की फोकस दूरी ज्ञात करो जिसकी शक्ति, मैं क्वेश्चन लिया बहुत इंपोर्टेंट, जस्ट फॉर्मूला पावर इक्वल टू 1 फोकस लेंथ, यानी शक्ति जी है किसी लेंस की उनकी 1 उत्थे तक की फोकस दूरी दी और डिवाइड करना तो तुहाडा आंसर आ जाना। हुण देखो ऋणात्मक आई है ना, इसलिए लेंस की है अवतल, जे धनात्मक आ जाती फिर उत्तल होना सी। हुण जिद्दां इहदे विच दसता अवतल लेंस तो असीं अपने आप नैगेटिव ले लैनी फोकस दूरी, क्लीयर, ताकि साडे कोल पावर भी नैगेटिव आ जाए, क्योंकि तुहानूं पता आ अवतल दी हुंदी नैगेटिव, जो उद्दां भी कढ के फिर नैगेटिव कर दिओ। फॉर्मूला याद रखिओ P बराबर 1/f, एक मैं तुहानूं दस्सिआ सी R बराबर 2f, वो इंपॉर्टेंट है। नैक्सट क्वेश्चन ते चलदे हां। हेठ लिखिआं विचों किहड़ा पदार्थ लेंस बनाउण लई नहीं वरतिआ जांदा, ठीक है। ये पूछ रहा किहड़ा पदार्थ लेंस बनाउण लई नहीं वरतिया जा सकदा। देखो पानी भी वर्क कर सकता, प्लास्टिक, मिट्टी, कच, मिट्टी नहीं कर सकती, ठीक है, मिट्टी नहीं करेगी, कच भी कर जाएगा, पानी भी, प्लास्टिक भी। किसी वस्तु का अवतल दर्पण द्वारा बनाया गया प्रतिबिंब आभासी सीधा ते वस्तु तो वड्डा सी, वस्तु की स्थिति कित्थे होनी चाहिए आ। देखो जो ध्रुव ते मुख फोकस के विचकार रखोगे ना तुसी, मतलब वह ध्रुव जो होएगा दैट मीनस वह पोल से, दिस इज़ द अवतल दर्पण पोल एंड दिस इज़ द फोकस, तुसी पोल ते फोकस के विचकार जो रखोगे ना तो उस टाइम एदा जिहड़ा भी प्रतिबिंब बनेगा वो हमेशा आभासी सीधा ते उस तो वड्डा बनेगा, ठीक है। किसी वस्तु का वास्तविक अते समान आकार का प्रतिबिंब बनन लई उस वस्तु नूं उत्तल लेंस के सामने कित्थे रखा जाएगा, तुसी उसकी फोकस दूरी तो दुगनी दूरी ते रखो हमेशा, ठीक है, फिर बनेगा। किसी गोलाकार दर्पण दे किसे इत्थे पता नहीं की लिखा है, गोलाकार लेंस दोवां दियां फोकस दूरियां -15 हैं, दोनों दी अच्छा फोकस दूरियां -15 हैं, तो वो लेंस की होणगे इत्थों ना एक्चुअली क्वेश्चन की थोड़ी पिक नहीं सही आई, तो ये क्वेश्चन आप रहन देने अजे। नैक्सट देखो किसी दर्पण तो तुसी किन्नी भी दूरी उत्ते खड़े होवो, मतलब कोई दर्पण हो तो तुसी किन्नी भी दूरी उत्ते खड़े हैं तुहाडा प्रतिबिंब हमेशा सीधा प्रतीत हुंदा है। इहदा मतलब उस दर्पण किद्दां होएगा, या तो समतल होएगा या उत्तल, क्योंकि उहदे ही केस दे विच जिहड़ा आ प्रतिबिंब हमेशा सानूं सीधा प्रतीत हुंदा है। किसी शब्दकोश के छोटे अखरां नूं पढ़न समय तुसी हेठली को विचों किसी किहड़े लेंस नूं पहल दोगे, ठीक है, मतलब बहुत छोटे छोटे अक्षर हैगे तो उहदे लई सब तो पहली गल तो उत्तल लेंस यूज़ हुंदा, ठीक है, क्योंकि वो छोटियां चीज़ां नूं शब्दकोश विच जिहड़े वड्डे छोटे अक्षर आ उन्हां नूं पढ़न समय तुहानूं मतलब कि हैल्प करेगा थोड़ा वड्डा करके दिखाउण दे विच, ठीक है। सो तुसी 5 सेंटीमीटर फोकस दूरी का एक उत्तल लेंस यूज़ करोगे। नैक्सट है जी प्राकृतिक चोन द्वारा किस विकास का सिद्धांत किस द्वारा दिता गया, डार्विन की थ्योरी उन्हें दिता सीगा। एक युगनमज नूं पिता तो विरासत विच मिलिया गुणसूत्र X है, इसका विकास किस विच होएगा, लड़की, ठीक है। आबादी का घट भार उदाहरण है, आबादी का घट भार मतलब ਇਹਦਾ मतलब ये अग्रहित लक्षण है। थणधारी ते रिंगण वाले जीव के अंग की उदाहरण हैं, इन्हों आपां समझात अंग कहते। किहड़ा गुणसूत्र पुरुषों विच लिंग निर्धारण के लिए जिम्मेवार है, XY, ठीक है। इन केस ऑफ जे औरतों पूछा जाता दैन ओनली X। पुनर्जनन दिखाया जाता है किहदे द्वारा, हाइड्रा शो करता अगे तो अगे वाले पुनर्जनन का। बीजाणु निर्माण हुंदा है
ਇਹ ਹੁੰਦਾ ਰਾਈਜ਼ੋਪਸ ਦੇ ਵਿੱਚ, ਬੀਜਾਣੂ ਦਾ ਨਿਰਮਾਣ ਹੁੰਦਾ ਹੈ ਰਾਈਜ਼ੋਪਸ ਦੇ ਵਿੱਚ। ਪੌਦਿਆਂ ਵਿੱਚ ਕਾਰਪਲ ਹੈ, ਕਾਰਪਲ ਹੁੰਦਾ ਆ ਮਾਦਾ ਪ੍ਰਜਨਨ ਅੰਗ ਨੂੰ ਕਾਰਪਲ ਬੋਲਦੇ ਆ। ਨੈਕਸਟ ਕੁਐਸਚਨ ਦੇਖੋ, ਨੈਕਸਟ ਹੈ ਜੀ ਸਾਡੇ ਪੌਦਿਆਂ ਵਿੱਚ ਨਿਸ਼ੇਸ਼ਣ ਦੇ ਪ੍ਰਵਹਿਣ ਦੇ ਦੁਆਰਾ ਹੁੰਦਾ ਹੈ। ਉਹ ਪਰਾਗਣ ਜੋ ਪੁਨਰ ਜਨਨ ਦੇ ਦੁਆਰਾ ਕੀਤਾ ਜਾਂਦਾ ਹੈ ਉਹ ਕਿਚ ਹੁੰਦਾ ਵਿਸ਼ੇਸ਼ ਸੈੱਲਾਂ ਦੁਆਰਾ ਵਿੱਚ। ਜਿਹੜਾ ਪ੍ਰਜਨਨ ਆ, ਜਿਹੜਾ ਦੋ ਵਿਅਕਤੀਆਂ ਦੀ ਹਿੱਸੇਦਾਰੀ ਹੁੰਦਾ ਉਹਨੂੰ ਲਿੰਗੀ ਪ੍ਰਜਨਨ ਕਹਿੰਦੇ ਆ, ਅਤੇ ਜੇ ਬਿਨਾਂ ਦੋ ਦੀ ਹਿੱਸੇਦਾਰੀ ਤੋਂ ਉਹਨੂੰ ਅਲਿੰਗੀ ਪ੍ਰਜਨਨ ਕਹਿੰਦੇ ਆ, ਜਿੱਦਾਂ ਕਈ ਪੌਦਿਆਂ 'ਚ ਹੁੰਦਾ, ਬਹੁਤ ਸਾਰਿਆਂ 'ਚ। ਨਾੜੀ ਸੈੱਲ ਕਿਹਾ ਜਾਂਦਾ ਹੈ ਨਿਊਰੋਨ ਸੈੱਲ ਨੂੰ। ਐਡਰੀਨਲ ਹਾਰਮੋਨ ਦਾ ਮੁੱਖ ਅੰਗ ਕਿਹੜਾ? ਦਿਲ। ਐਡਰੀਨਲ ਹਾਰਮੋਨ ਜਿਹਦੇ ਨਾਲ ਜਿੱਦਾਂ ਡਰ ਵਗੈਰਾ ਇਮੋਸ਼ਨਸ ਜੁੜੇ ਹੁੰਦੇ ਆ, ਉਹ ਦਿਲ ਦੇ ਵਿੱਚ ਹੁੰਦਾ। ਇੱਕ ਹਾਰਮੋਨ ਦੀ ਉਦਾਹਰਨ ਦਿਓ ਜੋ ਪੌਦੇ ਦੀ ਜੋ ਵ੍ਰਿਧੀ ਹੈ ਉਹਨੂੰ ਰੋਕਦਾ, ਉਹ ਹੁੰਦਾ ਐਬਸਿਸਿਕ ਐਸਿਡ। ਨੈਕਸਟ ਹੈ ਸੂਰਜਮੁਖੀ ਦੇ ਸੂਰਜ ਵੱਲ, ਤੁਹਾਨੂੰ ਪਤਾ ਨਾ ਜਿੱਦਾਂ ਜਿੱਦਾਂ ਨੂੰ ਸੂਰਜ ਆਉਂਦਾ ਉੱਧਰ ਨੂੰ ਉਹਦੀ ਡਾਇਰੈਕਸ਼ਨ ਹੁੰਦੀ ਜਾਂਦੀ ਆ। ਸੋ ਉਹ ਫੋਟੋਟ੍ਰੋਪਿਜ਼ਮ ਆ, ਮਤਲਬ ਕਿ ਫੋਟੋ ਸੈਂਸਿਟਿਵ, ਮਤਲਬ ਕਿ ਲਾਈਟ ਦੇ ਨਾਲ ਸੈਂਸਿਟਿਵ ਆ। ਕੇਂਦਰੀ ਨਾੜੀ ਪ੍ਰਣਾਲੀ ਜੋ ਸੁਨੇਹਾ ਸੰਵੇਦਨ ਗ੍ਰਾਹੀ ਤੱਕ ਜਾਂਦਾ ਹੈ, ਉਹ ਜਿੰਨੇ ਵੀ ਮੋਟਰ ਨਿਊਰੋਨਸ ਆ ਉਹ ਲੈ ਕੇ ਜਾਂਦੇ ਆ। ਪੌਦਿਆਂ ਵਿੱਚ ਨਾੜੀ ਪ੍ਰਣਾਲੀ ਹੁੰਦੀ ਹੈ ਜਾਂ ਨਹੀਂ ਹੁੰਦੀ? ਨਹੀਂ ਹੁੰਦੀ ਹੈ ਨਾ, ਨਾੜੀ ਪ੍ਰਣਾਲੀ 'ਚ ਨਾੜੀਆਂ ਨਹੀਂ ਹੁੰਦੀਆਂ ਪੌਦੇ 'ਚ। ਕਿਹੜਾ ਪੌਦਾ ਹਾਰਮੋਨ ਕੋਸ਼ਿਕਾ ਵੰਡ ਨੂੰ ਵਧਾ ਦਿੰਦਾ? ਠੀਕ ਹੈ, ਉਹ ਹੈਗਾ ਸਾਈਟੋਕਾਈਨਿਨ। ਠੀਕ ਹੈ, ਇਹ ਵਧਾ ਦਿੰਦਾ ਹੈ। ਗਿੱਲੜ ਕਾਹਦੇ ਨਾਲ ਹੋ ਜਾਂਦਾ? ਆਇਓਡੀਨ ਦੀ ਕਮੀ ਨਾਲ, ਪਤਾ ਹੀ ਹੈ, ਈਜ਼ੀ ਹੈਗਾ। ਨੈਕਸਟ ਆ ਹੇਠਲੀਆਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ? ਇਹਨਾਂ 'ਚੋਂ ਕਿਹੜਾ ਪੌਦਾ ਹਾਰਮੋਨ ਹੈ? ਉਹ ਹੈਗਾ ਸਾਈਟੋਕਾਈਨਿਨ। ਓਕੇ, ਦੋ ਨਾੜੀ ਸੈੱਲਾਂ ਵਿਚਕਾਰ ਜਿਹੜੀ ਖਾਲੀ, ਹਾਂਜੀ ਬਹੁਤ ਇੰਪੋਰਟੈਂਟ ਆ, ਉਹਨੂੰ ਸਾਈਨੈਪਸ ਕਹਿੰਦੇ ਆ, ਸਾਈਨੈਪਸ। ਦਿਮਾਗ ਉੱਤਰਦਾਈ ਹੈ ਕਿਹਦੇ ਲਈ? ਸੋਚਣ ਲਈ, ਦਿਲ ਧੜਕਣ ਲਈ, ਸਾਰੇ ਕੰਮ ਦਿਮਾਗ ਤੋਂ ਹੀ ਹੁੰਦੇ, ਸੋ ਉਪਰੋਕਤ ਸਾਰੇ। ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ, ਹਾਂਜੀ ਬਣਾ ਰੱਖਦਾ, ਇਹਨੂੰ ਸੈਰੀਬਲਮ ਕਹਿੰਦੇ ਆ। ਅਸੀਂ ਇੱਕ ਅਗਰਬੱਤੀ ਦੀ ਗੰਧ ਦਾ ਕਿਵੇਂ ਪਤਾ ਕਰ ਸਕਦੇ ਹਾਂ? ਗਿਆਨ ਇੰਦਰੀਆਂ ਦੀ ਮਦਦ ਨਾਲ, ਹੈ ਨਾ, ਸੋ ਉਹਨਾਂ ਪਤਾ ਲੱਗ ਜਾਂਦਾ। ਪ੍ਰਵਿਰਤਿਕ ਕਿਰਿਆ ਵਿੱਚ ਦਿਮਾਗ ਦੀ ਕੀ ਭੂਮਿਕਾ ਹੈ? ਠੀਕ ਹੈ, ਪ੍ਰਕਿਰਤਿਕ ਕਿਰਿਆ ਵਿੱਚ ਰੀੜ੍ਹ ਦੀ ਹੱਡੀ ਮੁੱਖ ਭੂਮਿਕਾ ਨਿਭਾਉਂਦੀ ਹੈ, ਜਦ ਕਿ ਜਾਣਕਾਰੀ ਕਿਹਨੂੰ ਜਾਂਦੀ ਆ? ਦਿਮਾਗ ਨੂੰ ਜਾਂਦੀ ਹੈ। ਜੇ ਪੁੱਛਿਆ ਜਾਵੇ ਮੁੱਖ ਭੂਮਿਕਾ ਕੌਣ ਨਿਭਾਉਂਦੀ ਆ, ਉਹ ਦਿਮਾਗ ਨਹੀਂ, ਉਹ ਰੀੜ੍ਹ ਦੀ ਹੱਡੀ ਨਿਭਾਉਂਦੀ ਆ। ਫਿਰ ਇਹ ਅੱਗੇ ਜਾ ਕੇ ਜਿਹੜੀ ਜਾਣਕਾਰੀ ਦਿਮਾਗ ਤੱਕ ਲੈ ਕੇ ਜਾਂਦੀ ਹੈ। ਨੈਕਸਟ ਕਰਦੇ ਹਾਂ ਜੀ ਸਵੈਪੋਸ਼ੀ। ਸਵੈਪੋਸ਼ੀ ਕੀ ਹੁੰਦੇ? ਆਪਣਾ ਭੋਜਨ ਆਪ ਸੰਸ਼ਲਿਤ ਕਰਦੇ ਹਨ। ਠੀਕ ਹੈ, ਸਾਨੂੰ ਪਤਾ ਹੈ ਸਵੈਪੋਸ਼ੀ ਆਪਣਾ ਭੋਜਨ ਆਪ ਹੀ ਬਣਾਉਂਦੇ, ਪੌਦਿਆਂ ਵਿੱਚ ਆਉਂਦੇ ਆ। ਪਿੱਤ ਰਸ ਰਸਾਵ ਹੁੰਦਾ ਹੈ, ਇਹ ਜਿਗਰ ਦੇ ਵਿੱਚ ਹੁੰਦਾ ਹੈ। ਠੀਕ ਹੈ, ਲੀਵਰ ਦੇ ਵਿੱਚੋਂ ਜਿੱਦਾਂ ਬਾਇਲ ਜੂਸ ਪਤਾ ਹੋਵੇ ਤੁਹਾਨੂੰ ਨਿਕਲਦਾ। ਨੈਕਸਟ ਹੈ ਜੀ ਸਾਡੀਆਂ ਮਾਸਪੇਸ਼ੀਆਂ ਵਿੱਚ ਪਾਇਰੂਵੇਟ ਆਕਸੀਜਨ ਦੀ ਕਮੀ ਵਿੱਚ ਟੁੱਟ ਜਾਂਦਾ ਹੈ। ਫਿਰ ਜਿੱਦਾਂ ਜਿੱਦਾਂ ਐਕਸਰਸਾਈਜ਼ ਵਗੈਰਾ ਕਰਦੇ ਆ, ਜਦੋਂ ਆਕਸੀਜਨ ਦੀ ਕਮੀ ਹੋ ਜਾਂਦੀ ਆ, ਫਿਰ ਲੈਕਟਿਕ ਐਸਿਡ ਬਣਦਾ ਆ। ਪੌਦਿਆਂ ਦੇ ਪੱਤਿਆਂ ਦਾ ਹਰਾ ਰੰਗ ਦੀ ਮੌਜੂਦਗੀ ਦੀ ਵਜ੍ਹਾ ਨਾਲ ਹੈ। ਕਿਹਦੇ ਕਾਰਨ ਹੁੰਦਾ ਹਰਾ ਰੰਗ? ਕਲੋਰੋਫਿਲ ਕਰਕੇ ਹੁੰਦਾ। ਸਰੀਰ ਦੇ ਬਾਹਰ ਤੋਂ ਆਕਸੀਜਨ ਨੂੰ ਪ੍ਰਾਪਤ ਕਰਨਾ ਅਤੇ ਸੈਲੂਲਰ ਲੋੜਾਂ ਦੇ ਲਈ ਭੋਜਨ ਦੇ ਟੁੱਟਣ ਦੀ ਪ੍ਰਕਿਰਿਆ ਵਿੱਚ ਪ੍ਰਯੋਗ ਹੋਣ ਨੂੰ ਕੀ ਕਹਿੰਦੇ? ਸਵਾਸ। ਇਹ ਸਾਰਾ ਸਵਾਸ ਕਿਰਿਆ ਹੀ ਆ, ਜਾਂ ਆਕਸੀਜਨ ਲੈ ਕੇ ਫਿਰ ਅੱਗੇ ਉਹਨੂੰ ਸੈਲੂਲਰ ਉਹਦੇ ਲਈ ਭੋਜਨ ਦੇ ਟੁੱਟਣਾ, ਉਹਨੂੰ ਭੋਜਨ ਨੂੰ ਤੋੜਨਾ, ਦਾ ਕਾਰਬੋਹਾਈਡਰੇਟ ਗਲੂਕੋਜ਼ ਦੇ ਵਿੱਚ ਟੁੱਟਦਾ ਹੈ ਨਾ, ਕਾਰਬਨ ਡਾਈਆਕਸਾਈਡ, ਵਾਟਰ, ਇਹਦੇ ਵਿੱਚ ਉਹ ਸਾਰਾ ਸਵਾਸ ਕਿਰਿਆ ਹੀ ਹੈ। ਨੈਕਸਟ, ਪੱਤਿਆਂ ਦੀ ਛੋਟੀ ਸਤ੍ਹਾ 'ਤੇ ਮੌਜੂਦ ਜਿਹੜੇ ਨਾ ਛੋਟੇ ਛੋਟੇ ਛੇਦ ਹੁੰਦੇ ਉਹਨੂੰ ਕਹਿੰਦੇ ਸਟੋਮੈਟਾ। ਜਿਹੜੇ ਸਥਲੀ ਪੌਦੇ ਆ ਉਹਨਾਂ ਵਿੱਚ ਕਿਹੜੇ ਤੱਤ ਦਾ ਪ੍ਰਯੋਗ ਪ੍ਰੋਟੀਨ ਅਤੇ ਹੋਰ ਯੌਗਿਕਾਂ ਦੇ ਸੰਸ਼ਲਨ ਲਈ ਕਰਦੇ ਆ? ਦੇਖੋ ਜਿਹੜੇ ਸਥਲੀ ਪੌਦੇ ਉਹ ਨਾਈਟ੍ਰੋਜਨ ਦਾ ਯੂਜ਼ ਕਰਦੇ ਆ। ਠੀਕ ਹੈ, ਪ੍ਰੋਟੀਨ ਅਤੇ ਹੋਰ ਯੌਗਿਕਾਂ ਦੇ ਸੰਸ਼ਲੇਸ਼ਣ ਲਈ। ਪਾਇਰੂਵੇਟ ਦਾ ਐਰੋਬਿਕ ਟੁੱਟਣਾ ਹੁੰਦਾ ਹੈ, ਐਰੋਬਿਕ ਮਾਈਟੋਕੌਂਡਰੀਆ ਵਿੱਚ। ਠੀਕ ਹੈ ਜੀ, ਯਾਦ ਰੱਖਣਾ ਕਿਹਦੇ ਵਿੱਚ ਹੁੰਦਾ ਆ? ਮਾਈਟੋਕੌਂਡਰੀਆ ਵਿੱਚ। ਆਹਾਰ ਨਲੀ ਦਾ ਕਿਹੜਾ ਹਿੱਸਾ ਜਿਗਰ ਤੋਂ ਪਿੱਤ ਰਸ ਪ੍ਰਾਪਤ ਕਰਦਾ ਹੈ? ਸਮਾਲ ਇੰਸਟੇਟਾਈਨ, ਛੋਟੀ ਆਂਦਰ। ਕਿਹੜੇ ਟਿਸ਼ੂ ਪੌਦਿਆਂ ਵਿੱਚ ਪਾਣੀ ਅਤੇ ਖਣਿਜ ਪਹੁੰਚਾਉਂਦੇ ਹਨ? ਜ਼ਾਈਲਮ, ਜੇ ਫੂਡ ਆ ਜਾਵੇ ਫੋਲਮ। ਉਸ ਤੋਂ ਬਾਅਦ ਕਿਹੜੀ ਗ੍ਰੰਥੀ ਐਂਜ਼ਾਈਮ ਪ੍ਰੋਟੀਨ ਨੂੰ ਪਹੁੰਚਾਉਣ ਵਿੱਚ ਕਾਰੀਗਰ ਹੈ? ਉਹ ਟ੍ਰਿਪਸਿਨ। ਠੀਕ ਹੈ, ਪ੍ਰੋਟੀਨ ਟ੍ਰਿਪਸਿਨ ਲਈ ਬਹੁਤ ਜ਼ਰੂਰੀ ਹੈ। ਸੋ ਆਹਾਰ ਨਲੀ ਦਾ ਕਿਹੜਾ ਹਿੱਸਾ ਜਿਗਰ ਤੋਂ ਪਿੱਤ ਰਸ ਪ੍ਰਾਪਤ ਕਰਦਾ ਹੈ? ਛੋਟੀ ਆਂਦਰ। ਖਣਿਜ ਪਦਾਰਥ ਤੇ ਪਾਣੀ ਕੌਣ ਲੈ ਕੇ ਜਾਂਦਾ? ਜ਼ਾਈਲਮ, ਜੇ ਭੋਜਨ ਆ ਜਾਵੇ ਫੋਲਮ। ਐਂਜ਼ਾਈਮ ਪ੍ਰੋਟੀਨ ਨੂੰ ਪਹੁੰਚਾਉਣ ਵਿੱਚ ਕਾਰੀਗਰ ਕਿਹੜਾ ਹੈਗਾ? ਕਿਹੜੀ ਗ੍ਰੰਥੀ? ਟ੍ਰਿਪਸਿਨ ਐਂਜ਼ਾਈਮ ਹੈ ਇੱਕ। ਮਨੁੱਖ ਵਿੱਚ ਗੁਰਦੇ ਇੱਕ ਤੰਤਰ ਦਾ ਭਾਗ ਹਨ ਜਿਸ ਦਾ ਸੰਬੰਧ ਹੈ, ਦੇਖੋ, ਕਿਡਨੀਜ਼, ਮਲ ਤਿਆਗ ਲਈ। ਠੀਕ ਹੈ, ਪੌਦਿਆਂ ਵਿੱਚ ਜ਼ਾਈਲਮ ਦਾ ਕੰਮ ਕੀ ਹੋਣੀ ਆਪਾਂ ਕੀਤਾ? ਪਾਣੀ ਦਾ ਪਰਿਵਹਨ। ਭੋਜਨ ਦਾ ਆ ਜਾਵੇ ਤਾਂ ਫੋਲਮ ਆ ਜਾਣਾ। ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ, ਦੇਖੋ, ਕਾਰਬਨ ਡਾਈਆਕਸਾਈਡ, ਪਾਣੀ, ਕਲੋਰੋਫਿਲ। ਜਿਹੜੇ ਪੌਦੇ ਉਹੀ ਸਵੈਪੋਸ਼ੀ ਆਪਣਾ ਭੋਜਨ ਬਣਾਉਣ ਲਈ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ 'ਚ ਸਾਰਾ ਕੁਝ ਤਾਂ ਯੂਜ਼ ਕਰਦੇ ਆ। ਸੋ ਸਾਰੇ ਆ ਗਏ।
ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ ਪਾਣੀ ਤੇ ਤਾਪ ਊਰਜਾ ਦੇਣ ਦੀ ਪ੍ਰਕਿਰਿਆ ਵਾਪਰਦੀ ਹੈ। ਤਾਂ ਦੱਸਿਆ ਉਹਨੇ ਇਹਦਾ ਵਿਖੰਡਨ ਮਾਈਟੋਕੌਂਡਰੀਆ ਵਿਦ ਦੀ ਹੈਲਪ ਆਫ ਆਕਸੀਜਨ ਦਾ ਹੁੰਦਾ। ਨੈਕਸਟ, ਮੈਂਡਲੀ ਦੀ ਆਵਰਤੀ ਸਾਰਣੀ ਤੇ ਆਧਾਰਿਤ ਹੈ। ਜਿਹੜਾ ਮੈਂਡਲਵ ਦਾ ਸੀਗਾ ਉਹ ਪਰਮਾਣੂ ਪੁੰਜ ਸੀ। ਜਿਹੜਾ ਜੇ ਹੁਣ ਆ ਜਾਵੇ ਨਵਾਂ ਜਿਹੜਾ ਮਾਡਰਨ ਚੱਲਦਾ ਪਿਆ ਉਹ ਪਰਮਾਣੂ ਸੰਖਿਆ ਦੇ ਆਧਾਰ 'ਤੇ ਆ। ਇੱਕ ਤੱਤ ਜਿਸ ਦੀ ਇਲੈਕਟ੍ਰੋਨਿਕ ਤਰਤੀਬ ਹੈ 2 8, ਠੀਕ ਹੈ। ਸੋ ਦੇਖੋ ਲਾਸਟ ਵਾਲੇ 8 ਆ ਨਾ, ਮਤਲਬ ਇਹ ਨੋਬਲ ਗੈਸਿਸ ਹੁੰਦੀਆਂ ਸਾਰੀਆਂ। ਗਰੁੱਪ 18 ਲਾਸਟ ਵਾਲਾ ਹੀਲੀਅਮ, ਨਿਓਨ, ਕ੍ਰਿਪਟੋਨ, ਠੀਕ ਹੈ, ਆਰਗਨ ਵਾਲਾ। ਇਹ ਲਿਖਿਆ ਵਿੱਚ ਕਿਹੜਾ ਗਰੁੱਪ 18 ਨਾਲ ਸੰਬੰਧ ਨਹੀਂ ਰੱਖਦਾ? ਦੇਖੋ ਹੀਲੀਅਮ, ਨਿਓਨ, ਕ੍ਰਿਪਟੋਨ, ਆਰਗਨ, ਇਹ ਤਾਂ ਸਾਰੀਆਂ ਸਮਾਂ ਤੇ ਨੋਬਲ ਗੈਸਿਸ ਆ ਸਟੇਬਲ ਵਾਲੀਆਂ, ਤਾਂ ਪੋਟਾਸ਼ੀਅਮ ਨਹੀਂ ਹੋਏਗਾ, ਠੀਕ ਹੈ। ਇਹ ਤਾਂ ਪਹਿਲੇ ਗਰੁੱਪ ਦਾ ਅਲਕਲੀ ਮੈਟਲਸ ਦਾ। ਇੱਕ ਤੱਤ ਦੀ ਇਲੈਕਟ੍ਰੋਨਿਕ ਤਰਤੀਬ ਹੈਗੀ 2 8 18 4 4 ਆ ਨਾ, ਦੇਖੋ ਐਂਡ ਤੇ 4 ਆ ਤੇ 14 ਆਏਗੀ, ਐਂਡ ਤੇ 3 ਹੁੰਦਾ 13 ਆ ਜਾਣਾ ਸੀ, ਐਂਡ ਤੇ ਆ ਜਾਂਦਾ 13 ਤੋਂ ਸ਼ੁਰੂ ਹੁੰਦੇ, ਠੀਕ। ਇਹਨਾਂ ਕਿਉਂ ਹੁਣ 2 ਆ ਤੇ 12, 2 ਆ ਤੇ ਗਰੁੱਪ 2 ਹੁੰਦਾ, ਠੀਕ ਹੈ। ਸੋ 13 ਤੋਂ ਸ਼ੁਰੂ ਹੁੰਦਾ, 3 ਹੋਵੇ ਲਾਸਟ ਤੇ 13, 14, 5 ਹੋਵੇ ਤਾਂ 15, 18 ਤੋਂ ਬਾਅਦ ਦੀ ਗੱਲ ਕਰਦੀ ਮੈਂ, ਨਹੀਂ ਤਾਂ ਫਿਰ 6 ਹੋਵੇ 16, 7 ਹੋਵੇ 17, 8 ਹੋਵੇ ਤਾਂ ਸਿੱਧਾ ਫਿਰ 18, ਜਿੱਦਾਂ 8 ਵਾਲਾ 18 ਸੀਗਾ। ਇੱਕ ਤੱਤ ਦੀ ਇਲੈਕਟ੍ਰੋਨਿਕ ਤਰਤੀਬ 2 8 3 ਹੈ। ਹੁਣ 2 8 3, ਹੁਣ ਇੱਥੇ 18 ਨਹੀਂ ਨਾ, 3 ਦੀ ਗੱਲ ਕੀਤੀ ਆ। ਜੇ 18 ਤੋਂ ਬੰਦਾ ਫਿਰ ਮੈਂ 13 ਲਗਾ ਦਿੰਦੀ। ਸੋ ਇਹਦੇ ਵਿੱਚ ਇਹਦੀ ਸੰਯੋਗਿਤ ਸੋ ਇਹ ਹੈ ਗਰੁੱਪ 13 ਤੋਂ ਹੀ ਹੈ, ਨੋ ਪ੍ਰੋਬਲਮ। 8 ਤੋਂ 10 ਤੇ 3 13, ਐਲੂਮੀਨੀਅਮ ਹੈ 13, ਸੋ ਹੈ ਉੱਤੋਂ ਹੀ ਆ, ਬਟ ਉਹਨੇ ਇੱਥੇ ਸੰਯੋਗਤਾ ਪੁੱਛ ਲਈ, ਠੀਕ ਹੈ। ਉਹਦੇ ਲਈ ਤੁਹਾਨੂੰ ਦੇਖਣਾ ਪੈਣਾ ਕਿੰਨੇ ਇਹਨੂੰ ਅੱਗੇ ਇਲੈਕਟ੍ਰੋਨ ਚਾਹੀਦੇ ਆ, ਠੀਕ ਹੈ। ਇਹਨੂੰ ਇਹਦੀ ਸੰਯੋਗਤਾ ਹੁਣ 3 ਕਿੱਦਾਂ ਆ, ਕਿਉਂਕਿ ਇਹਦੇ ਕੋਲ ਬੈਲੈਂਸ ਇਲੈਕਟ੍ਰੋਨ ਜਿਹੜੇ ਹੈ ਹੀ 3, ਮਤਲਬ 3 ਜਾਣਿਆਂ ਨਾਲ ਕੰਬਾਈਨ ਕਰ ਸਕਦਾ, ਕਿਉਂਕਿ ਜਿੰਨੇ ਤੋਂ ਇਲੈਕਟ੍ਰੋਨ ਹੋ ਗਏ ਨਾ ਬੈਲੈਂਸ, ਉਹਦੀ ਸੰਯੋਗਤਾ ਉਨੀ ਹੀ ਹੋਣੀ ਆ। ਬੈਲੈਂਸ ਮਤਲਬ ਜਦੋਂ ਆਕਟੇਟ ਕੰਪਲੀਟ 8 ਤੋਂ ਬਾਅਦ ਦੇਖਣਾ ਤੁਸੀਂ 13 ਸੌਰੀ 3 ਹੈ ਇੱਥੇ, ਤੋਂ ਉਹਦੀ ਸੰਯੋਗਤਾ ਕਿੰਨੀ ਹੋ ਗਈ 3। ਇਥੇਨ ਦੇਖੋ, ਇਥ ਮਤਲਬ 2 ਕਾਰਬਨ, ਦੈਨ ਇਥੇਨ ਏਨ, ਦੈਨ CH3 ਇਹ ਫਾਰਮੂਲਾ ਆਉਣਾ ਸੀ, ਗਲਤ ਕੀਤਾ ਹੋਇਆ ਇੱਥੇ, A ਆਪਸ਼ਨ ਆਏਗਾ ਨੋਟ C। ਜੋ C ਹੈ ਦੈਟ ਇਜ਼ ਦਾ ਇਥੀਨ, ਨੋਟ ਇਥੇਨ, ਐਂਡ ਦਿਸ ਇਜ਼ ਇਥਾਈਨ। ਦੇਖੋ ਜਦੋਂ ਪਿੱਛੇ ਏਨ ਹੁੰਦਾ ਨਾ, ਏਨ ਦੈਨ ਸਾਰੇ ਸਿੰਗਲ ਬੌਂਡ ਹੁੰਦੇ, ਜੇ ਈਨ ਹੋਵੇ ਡਬਲ ਬੌਂਡ, ਜੇ ਆਈਨ ਹੋਵੇ ਦੈਨ ਟ੍ਰਿਪਲ ਬੌਂਡ। ਇਹ ਧਿਆਨ ਰੱਖਣਾ। ਇਥ ਮਤਲਬ 2 ਕਾਰਬਨ, ਮਿਥ ਮਤਲਬ 1 ਕਾਰਬਨ। ਕਾਰਬਨ ਦੇ ਯੌਗਿਕਾਂ ਵਿੱਚ ਸੰਬੰਧਾਂ ਦੇ ਪ੍ਰਕਾਰ ਹਨ। ਜਿਹੜੇ ਕਾਰਬਨ ਦੇ ਉਹ ਸਹਿ ਸੰਯੋਜਕ ਆਪਸ 'ਚ ਸਹਿ ਸੰਯੋਜਨ ਨਾਲ ਜੁੜੇ ਹੁੰਦੇ। ਬੈਂਜ਼ੀਨ ਦੇ ਸਟਰਕਚਰ ਕੀ ਹੁੰਦੇ? ਦੇਖੋ 6 ਕਾਰਬਨ ਹੁੰਦੇ ਆ, 1 2 ਹਰ ਕੋਰਨਰ 'ਤੇ 1 2 3 4 5 ਐਂਡ 6। ਆਲਟਰਨੇਟਿਵ ਪੋਜੀਸ਼ਨ 'ਤੇ ਡਬਲ ਬੌਂਡ ਹੁੰਦਾ, ਇਹ ਬਸ ਧਿਆਨ ਰੱਖਣਾ, ਮਤਲਬ ਇੱਕ ਜਗ੍ਹਾ ਛੱਡ ਕੇ। ਸੋ ਆਪਸ਼ਨ ਨੰਬਰ B ਜਿਹੜਾ ਉਹ ਰਾਈਟ ਆਨਸਰ ਆਏਗਾ। ਤੁਹਾਡੇ ਕੋਲ ਬਣਿਆ ਹੋਇਆ ਦੇਖੋ, ਇੱਕ ਛੱਡ ਕੇ ਡਬਲ ਬੌਂਡ ਆ ਆਲਟਰਨੇਟਿਵ ਪੋਜੀਸ਼ਨ 'ਤੇ, ਚੈੱਕ ਕਰ ਲੈਣਾ। ਨੈਕਸਟ ਹੈ ਜੀ, ਸਾਬਣ ਦੇ ਅਣੂਆਂ ਦਾ ਹਾਈਡਰੋਫੋਬਿਕ ਸਿਰਾ ਘੁਲਦਾ ਹੈ। ਦੇਖੋ ਫੋਬਿਕ ਹੁੰਦਾ ਜਿਹਨੂੰ ਫੋਬੀਆ ਹੋਵੇ, ਹਾਈਡਰੋ ਮਤਲਬ ਪਾਣੀ ਤੋਂ ਫੋਬੀਆ, ਤਾਂ ਓਬਵੀਅਸਲੀ ਜਾ ਕੇ ਹਾਂਜੀ ਉਹਨੇ ਪੁੱਛਿਆ ਵੀ ਸਾਬਣ ਦੇ ਦੇਖੋ 2 ਹਿੱਸੇ ਹੁੰਦੇ, ਇੱਕ ਹੁੰਦੀ ਲੰਬੀ ਚੇਨ, ਠੀਕ ਆ, ਇੱਕ ਹੁੰਦਾ ਸਿਰਾ ਸਾਈਡ ਵਾਲਾ, ਉਹ ਹੁੰਦਾ ਹਾਈਡਰੋਫੋਬਿਕ। ਇਹ ਕਿਹ 'ਚ ਜਾ ਕੇ ਘੁਲਦਾ ਆ ਹਾਈਡਰੋਕਾਰਬਨਸ ਦੇ ਵਿੱਚ, ਠੀਕ ਹੈ। ਜਿਹੜੇ ਗਰੀਸ ਆਇਲਸ ਵਗੈਰਾ ਹੋਣਗੇ ਨਾ ਕੱਪੜਿਆਂ 'ਤੇ ਲੱਗੇ ਉਹਨਾਂ ਵਿੱਚ। ਐਲਕੇਨ, ਹੁਣ ਦੇਖੋ ਮੈਂ ਤੁਹਾਨੂੰ ਤਿੰਨੇ ਦੱਸ ਦਿੰਦੀ। ਐਲਕੇਨ ਦਾ ਫਾਰਮੂਲਾ ਹੁੰਦਾ CnH2n+2, ਬਟ ਜੇ ਆ ਜਾਵੇ ਐਲਕੀਨ ਦਾ ਫਿਰ ਆ ਜਾਣਾ CnH2n। ਜੇ ਆ ਜਾਵੇ ਐਲਕਾਈਨ ਦਾ ਟ੍ਰਿਪਲ ਬੌਂਡ ਵਾਲੇ ਦਾ CnH2n-2, ਤਿੰਨੋਂ ਹੀ ਨੋਟ ਕਰ ਲੈਣਾ। ਐਲਕੇਨ, ਐਲਕੀਨ, ਐਲਕਾਈਨ। ਈਨ ਵਾਲਾ ਦੱਸਿਆ ਮੈਂ ਇਹ ਆਈਨ ਟ੍ਰਿਪਲ ਬੌਂਡ ਵਾਲੇ ਦਾ। ਕੀਟੋਨ, ਠੀਕ ਹੈ, ਕੀਟੋਨ ਦਾ ਆਮ ਸੂਤਰ ਕੀ ਹੈ? ਉਹ ਹੁੰਦਾ CnH2n+1 ਦੈਨ CO, ਸੈਂਟਰ 'ਚ ਜੋ CO ਆ ਨਾ ਉਹ ਕੀਟੋਨ ਹੁੰਦੇ। ਨੈਕਸਟ CnH2n+1 ਉੱਦੇ ਰਹੇਗਾ। ਹੇਠਾਂ ਵਿੱਚੋਂ ਮਿੱਠੀ ਖੁਸ਼ਬੂ ਵਾਲੇ ਪਦਾਰਥ ਨੂੰ ਚੁਣੋ। ਐਸਟਰਸ, ਠੀਕ ਹੈ, ਐਸਟਰਸ ਦੀ ਹੁੰਦੀ ਮਿੱਠੀ ਖੁਸ਼ਬੂ ਹੁੰਦੀ ਇਹਨਾਂ ਦੀ। ਨੈਕਸਟ ਕੁਐਸਚਨ ਇਜ਼ ਬਨਸਪਤੀ ਤੇਲ ਆਮ ਤੌਰ 'ਤੇ ਕਿਸ ਪ੍ਰਕਾਰ ਦਾ ਹਾਈਡਰੋਕਾਰਬਨ ਹੈ? ਇਹ ਅਸੰਤ੍ਰਿਪਤ ਆ, ਠੀਕ ਹੈ, ਅਸੰਤ੍ਰਿਪਤ। ਅਨਸੈਚੂਰੇਟਡ ਜਿਹਨਾਂ 'ਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਆ ਜਾਂਦੇ ਆ। ਤੇਲ ਜਿਸ ਵਿੱਚ ਡੈਸ਼ ਫੈਟੀ ਤੇਜ਼ਾਬ ਹੋਣ ਖਾਣਾ ਬਣਾਉਣ ਲਈ ਚੁਣਿਆ ਜਾਂਦਾ ਹੈ, ਜ਼ਿਆਦਾਤਰ ਅਸੰਤ੍ਰਿਪਤ, ਠੀਕ ਹੈ। ਕਿਹੜਾ ਹਾਈਡਰੋਕਾਰਬਨਸ ਸਾਫ਼ ਲੋ ਦਿੰਦਾ ਹੈ, ਮਤਲਬ ਉਹਦੀ ਜਿਹੜੀ ਫਲੇਮ ਹੋਏਗੀ ਉਹ ਬਿਲਕੁਲ ਸਾਫ਼ ਆਏਗੀ, ਉਹ ਸੰਤ੍ਰਿਪਤ ਦੀ ਹੀ ਆਉਂਦੀ ਆ, ਕਿਉਂਕਿ ਉਹ ਸੈਚੂਰੇਟਡ ਹੋਏਗਾ ਤੁਹਾਡੇ ਕੋਲ ਬਿਲਕੁਲ। ਕਿਹੜਾ ਹਾਈਡਰੋਕਾਰਬਨ ਬਹੁਤ ਸਾਰੇ, ਹੁਣ ਕਾਲੇ ਧੂਆਂ ਫਿਰ ਕਿਹੜਾ ਦੇਗਾ? ਅਸੰਤ੍ਰਿਪਤ।
ठीक है। बिल्कुल साफ लो संतृप्त दिंदा, ਜਿਹੜਾ असंतृप्त ਆ ਉਹਦੇ ਨਾਲ ਕਾਲਾ ਧੂੰਆਂ ਹੋ ਜਾਏਗਾ, ਥੋੜਾ ਨੀਲੀ ਪੀਲੀ ਲੋ ਵੀ ਦੇਗਾ। असंतृप्त ਹਾਈਡਰੋਕਾਰਬਨ ਜਿਸ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਡਬਲ ਆਬੰਧ ਹੁੰਦੇ ਹੋਏ, ਮੈਂ ਦੱਸਿਆ ਡਬਲ ਬੌਂਡ, ਜਿੱਦਾਂ ਜੇ ਟ੍ਰਿਪਲ ਬੌਂਡ ਹੋਣਗੇ ਉਹਨਾਂ ਨੂੰ ਕੀ ਕਿਹਾ ਜਾਂਦਾ, ਮੈਂ ਦੱਸਿਆ ਸੀ ਉਹਨੂੰ ਐਲਕੀਨ। ਠੀਕ ਹੈ। ਦੇਖੋ ਡਬਲ ਜਾਂ ਟ੍ਰਿਪਲ ਐਲਕਾਈਨ ਵੀ ਆ ਸਕਦਾ। ਠੀਕ ਆ, ਥੋੜਾ ਧਿਆਨ ਰੱਖਣਾ ਇਹਦਾ, ਕਿਉਂਕਿ ਸੰਤ੍ਰਿਪਤ ਦੇ ਵਿੱਚ ਸਿਰਫ ਸਿੰਗਲ ਆਉਣਗੇ ਐਲਕੀਨ, ਇਹ ਸਿੰਗਲਸ ਆਉਣਗੇ ਐਲਕਾਈਨ ਤੇ ਇਨਕੀਨ। ਇੱਥੇ ਕਈ ਸਹੀ ਕਰ ਲੈਣਾ। ਕਿਹੜੇ ਯੌਗਿਕ ਘੋਲ ਵਿੱਚ ਜਾਂ ਪਿਘਲੀ ਹੋਈ ਅਵਸਥਾ ਵਿੱਚ ਬਿਜਲੀ ਚਾਲਕਤਾ ਕਰਦੇ ਹਨ? ਜਿੰਨੇ ਵੀ ਆਇਨਿਕ ਆ, ਕਿਉਂਕਿ ਆਇਨਿਕ ਬਹੁਤ ਸਟਰੋਂਗ ਫੋਰਸ ਨਾਲ ਬੱਝੇ ਹੁੰਦੇ, ਉਸ ਟਾਈਮ ਤਾਂ ਨਹੀਂ ਕਰਨਗੇ ਜਦੋਂ ਉਹਨੂੰ ਘੋਲ ਦੇਵਾਂਗੇ ਨਾ ਕਿਸੇ ਜਗ੍ਹਾ, ਫਿਰ ਉਹ ਬੌਂਡ ਥੋੜ੍ਹੇ ਬ੍ਰੇਕ ਹੋ ਜਾਣਗੇ। ਇਸ ਕਰਕੇ ਫਿਰ ਉਹ ਆਇਨਿਕ ਯੌਗਿਕ ਜਿਹੜੇ ਆ ਫਿਰ ਉਹ ਬਿਜਲੀ ਉਹਨਾਂ ਵਿੱਚੋਂ ਪਾਸ ਕਰ ਜਾਏਗੀ ਆਇਨਿਕ ਕੰਪਾਊਂਡਸ ਦੇ ਵਿੱਚੋਂ। ਦੋ ਪਰਮਾਣੂਆਂ ਦੇ ਵਿੱਚ ਇਲੈਕਟ੍ਰੋਨ ਦੇ ਇੱਕ ਜੋੜੇ ਦੇ ਹਿੱਸਾ ਨਾਲ ਜੋ ਬੰਧਨ ਬਣਦੇ ਹਨ ਉਸਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਕਹਿੰਦੇ ਆ, ਦੇਖੋ ਮਤਲਬ ਕਿ ਸ਼ੇਅਰਿੰਗ ਦੇ ਨਾਲ ਉਹ ਸਹਿ ਸੰਯੋਜਕ। ਜੇ ਟ੍ਰਾਂਸਫਰ ਆ ਜਸਟ ਆਫ ਦੈਨ ਆਇਨਿਕ। ਨੈਕਸਟ ਹੈ ਜੀ, ਇੱਕ ਕੁਛ ਕੁਐਸਚਨ ਹੈਗੇ ਆ, ਇਹਨਾਂ ਦੇ ਨਾਮ ਦੱਸਣੇ। ਜਿੱਦਾਂ ਐਂਡ 'ਚ CH ਹੋਊਗਾ ਨਾ ਤਾਂ ਉਹਨੂੰ ਐਲਡੀਹਾਈਡ ਕਹਿਣਾ। ਜੇ C ਡਬਲ ਬੌਂਡ ਮੈਂ ਦੱਸਿਆ ਸੀ ਕੀਟੋਨ ਆ, ਜਿੱਦਾਂ ਇਹ CO ਆ ਗਿਆ ਵਿੱਚ ਤਾਂ ਕੀਟੋਨ ਆ। ਜੇ COOH ਉਹ ਕਾਰਬੋਕਸਿਲਿਕ ਤੇਜ਼ਾਬ ਆ। ਮੁੱਖ ਨਿਰਮਿਤ ਪਦਾਰਥ ਦਾ ਨਾਮ ਦੱਸੋ ਜੋ ਇਥੇਨੋਲ ਦਾ KMNO4 ਦੇ ਖਾਰੀ ਘੋਲ ਦੁਆਰਾ ਆਕਸੀਕ੍ਰਿਤ ਹੁੰਦਾ ਹੈ? ਉਹ ਹੈਗਾ ਇਥਨੋਇਕ ਤੇਜ਼ਾਬ। ਇਹੀ ਹੁੰਦੇ ਆ। ਠੀਕ ਹੈ। ਨੈਕਸਟ ਰਿਐਕਸ਼ਨ ਆ, ਦੇਖ ਲੈਣਾ। CH3COH ਦਾ ਕੰਪਲੀਟ ਨਾਮ ਹੈਗਾ ਐਸੀਟਿਕ ਤੇਜ਼ਾਬ, ਬਹੁਤ ਇੰਪੋਰਟੈਂਟ ਆ। OH ਮੈਂ ਦੱਸ ਦਿੱਤਾ। OH ਐਲਕੋਹਲ, ਦੇਖੋ OH ਐਲਕੋਹਲ, CHO ਐਲਡੀਹਾਈਡ, C ਡਬਲ ਬੌਂਡ ਹੋਵੇ ਤਾਂ ਕੀਟੋਨ, COOH ਹੋਵੇ ਤਾਂ ਐਸੀਟਿਕ ਜੋ ਆਪਣੇ ਕਾਰਬੋਕਸਿਲਿਕ ਐਸਿਡ ਹੋ ਗਏ ਤੇਜ਼ਾਬ COH ਦਾ। ਬਸ ਇਹੀ ਇੰਪੋਰਟੈਂਟ ਹੈਗੇ, ਇੱਦਾਂ ਦੀ ਬਾਰ-ਬਾਰ ਰਿਪੀਟ ਹੋਣੇ ਤੁਹਾਡੇ ਕੋਲ। ਨੈਕਸਟ ਹੈ ਜੀ, ਉਸ ਗੈਸ ਦਾ ਨਾਮ ਦੱਸੋ ਜੋ ਬਾਇਓਗੈਸ ਦਾ ਪ੍ਰਮੁੱਖ ਘਟਕ ਹੈ? ਮਿਥੇਨ, ਬਹੁਤ ਵਾਰੀ ਕੀਤਾ ਆਪਾਂ। ਰਸਾਇਣਿਕ ਸੂਤਰ ਇਹਦਾ, ਮਿਥ ਮਤਲਬ ਇੱਕ ਕਾਰਬਨ, ਈਨ ਮਤਲਬ ਸਾਰੇ ਸਿੰਗਲ ਬੌਂਡ, ਤੇ ਕਾਰਬਨ ਦੀ ਮੈਕਸਿਮਮ ਵੈਲੈਂਸੀ 4 ਹੁੰਦੀ ਹੈ, ਤਾਂ ਮੈਕਸਿਮਮ 4 ਜਾਣੇ ਲੱਗ ਜਾਣਗੇ CH4। ਹੇਠ ਲਿਖੇ ਯੌਗਿਕਾਂ ਦਾ ਨਾਮ ਅਗੇਨ। ਹੁਣ ਦੇਖੋ OH ਆ, ਕਾਰਬਨ ਕਿੰਨੇ? 3 ਮਤਲਬ ਪ੍ਰੋਪ, ਤੇ OH ਨੂੰ ਬੋਲਦੇ ਓਲ, ਪ੍ਰੋਪੇਨੋਲ। ਠੀਕ ਹੈ। ਜੇ ਹੋਵੇ ਕੀਟੋਨ ਓਨ ਲੱਗਦਾ ਫਿਰ। ਠੀਕ ਹੈ। ਹੁਣ 1 2 3 ਕਾਰਬਨ ਨੂੰ ਬਿਊਟ ਬੋਲਦੇ, ਬਿਊਟੇਨੋਨ ਹੋ ਗਿਆ। ਦੇਖੋ ਇੱਕ ਕਾਰਬਨ ਹੋਵੇ ਤਾਂ ਉਹਨੂੰ ਬੋਲਦੇ ਮਿਥ, 2 ਹੋਣ ਤਾਂ ਇਥ, 3 ਹੋਣ ਤਾਂ ਪ੍ਰੋਪ, 4 ਹੋਵੇ ਤਾਂ ਬਿਊਟ। ਠੀਕ ਹੈ। ਉਸ ਤੋਂ ਬਾਅਦ ਜੇ 5 ਹੋਣ ਤਾਂ ਪੈਂਟ, 6 ਹੋਣ ਤਾਂ ਹੈਕਸ, 7 ਹੋਣ ਤਾਂ ਹੈਪਟ, 8 ਹੋਣ ਤਾਂ ਔਕਟ, 9 ਹੋਣ ਤਾਂ ਨੋਨੀਨ, ਜਿੱਦਾਂ D ਹੋਵੇ ਤਾਂ ਡੈਕ, 10 ਹੋਣ ਤਾਂ ਡੈਕ। ਠੀਕ ਹੈ। ਸੋ ਇਹਦੇ ਅਕੋਰਡਿੰਗ ਅਸੀਂ ਨਾਮਕਰਨ ਇਹਨਾਂ ਦਾ ਕਰਦੇ ਹਾਂ। ਫਲੋਰੀਨਸ ਨੂੰ ਅਜਿਹਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਦੇ ਵਿੱਚ C60 ਕਾਰਬਨ ਦੇ 60 ਕਾਰਬਨ ਪਰਮਾਣੂ ਆਪਸ ਵਿੱਚ ਜੁੜਦੇ ਆ। ਇਹਦੀ ਰਚਨਾ ਨਾ ਜਿੱਦਾਂ ਬਕਮਿਨਸਟਰ ਫੁਲਰ ਦੁਆਰਾ ਡਿਜ਼ਾਈਨ ਜਿਹੜੀ ਆ ਯੂਜ਼ੋਜ਼ਿਡੀਸ ਗੁਬੰਦ ਉੱਦਾਂ ਦੀ ਦਿਖਦੀ ਆ, ਇਸ ਲਈ ਉਹਨਾਂ ਨੂੰ ਨਾਮ ਦੇ ਦਿੱਤਾ ਸੀ। ਸਮਜਾਤੀ ਲੜੀ ਦੇ 5ਵੇਂ ਮੈਂਬਰ ਦਾ ਨਾਮ। ਸਮਜਾਤੀ ਲੜੀ ਹੁੰਦਾ ਜਿਹਨਾਂ 'ਚ CH2 ਦਾ ਡਿਫਰੈਂਸ ਹੁੰਦਾ। ਠੀਕ ਹੈ। ਅੱਗੇ ਤੋਂ ਅੱਗੇ 5ਵੀਂ ਲੜੀ 'ਚ C5 ਆ ਜਾਣਾ, ਨਾਲ S ਕਿੰਨੇ ਆ ਜਾਣੇ ਫਿਰ, ਸੌਰੀ H ਕਿੰਨੇ ਆ ਜਾਣੇ? 8। ਫਾਰਮੂਲਾ ਹੁੰਦਾ CnH2n-2। ਠੀਕ ਹੈ। ਇਹਦੀ ਦੱਸ ਦਿੱਤਾ ਨਾ, ਹੁਣ ਇਹਦੇ 'ਚ ਹੀ ਆਪਾਂ ਪੁੱਟ ਕਰ ਲੈਣਾ 5ਵੀਂ ਅਤੇ 5 ਪੁੱਟ ਕਰ ਦਿਓ, 5 2 10 -2 8 ਆ ਗਿਆ। ਐਲਕੇਨ ਅਤੇ ਐਲਕਾਈਨ ਦਾ 12 ਹਾਈਡਰੋਜਨ ਪਰਮਾਣੂਆਂ ਨਾਲ ਨਾਮ ਸੂਤਰ ਲਿਖੋ। ਦੇਖੋ ਤੁਹਾਨੂੰ ਦੱਸਿਆ ਸੀ ਐਲਕੇਨ ਦਾ ਫਾਰਮੂਲਾ ਹੁੰਦਾ CnH2n+2, ਇਹੀ ਹੁੰਦਾ। ਇੱਥੇ 12 ਆਣੇ, ਕਿੱਦਾਂ ਆਊਗਾ? ਜੇ ਮੈਂ ਐਨ ਨੂੰ ਕਿੰਨਾ ਪੁੱਟ ਕਰਾਂ? 5 5 2 10 12, ਇੱਥੇ 5 ਆ ਗਿਆ। ਐਲਕਾਈਨ ਦਾ ਫਾਰਮੂਲਾ ਸੀ CnH2n-2, ਇਹ ਦੱਸਿਆ ਸੀ। ਹੁਣ ਇੱਥੇ ਮੈਂ 12 ਲੈ ਕੇ ਆਉਣਾ, ਕਿੱਦਾਂ ਆਏਗਾ? ਜੇ ਮੈਂ ਇੱਥੇ ਪੁੱਟ ਕਰਾਂ ਕਿੰਨੇ? 7। ਠੀਕ ਹੈ। 7 3 14 -2 12 ਆਏਗਾ, ਤਾਂ ਇਸ ਲਈ 7 ਆ ਗਿਆ। ਬਸ ਫਾਰਮੂਲੇ ਯਾਦ ਹੋਣੇ ਚਾਹੀਦੇ। ਕਾਰਬਨ ਯੌਗਿਕਾਂ ਦਾ ਕਿਹੜਾ ਭਾਗ ਨਿਰਧਾਰਿਤ ਕਰਦਾ ਹੈ ਭੌਤਿਕ ਗੁਣ? ਦੇਖੋ ਜਿਹੜੇ ਭੌਤਿਕ ਗੁਣ ਆ ਉਹ ਤਾਂ ਐਲਕਾਈਲ ਰੈਡੀਕਲਸ ਤੋਂ ਪਤਾ ਲੱਗਦੇ ਆ। ਰਸਾਇਣਿਕ ਗੁਣ ਉਹਨਾਂ ਦੇ ਕਾਰਜਕ੍ਰਮ ਸਮੂਹ ਤੋਂ ਪਤਾ ਲੱਗਦੇ ਆ। ਹਾਈਡਰੋਜਨ ਕਾਰਬਨ ਦੇ ਜਲਣ ਦੇ ਕੀ ਉਤਪਾਦਨ? ਜੋ ਜਲਦਾ ਤੇ ਕੀ ਨਿਕਲਦਾ? ਹਾਈਡਰੋਕਾਰਬਨ ਜਲਦੇ ਦਾ ਕਾਰਬਨ ਡਾਈਆਕਸਾਈਡ, ਪਾਣੀ ਤੇ ਨਾਲ ਹੀਟ ਗਰਮੀ ਨਿਕਲਦੀ ਆ। ਕਠੋਰ ਪਾਣੀ ਕੀ ਹੈ? ਉਹ ਪਾਣੀ ਜੋ ਸਾਬਣ ਨਾਲ ਮਿਲ ਕੇ ਝੱਗ ਨਹੀਂ ਬਣਾਉਂਦੇ, ਉਹਨੂੰ ਕਠੋਰ ਕਹਿੰਦੇ ਹੁੰਦੇ। ਕਿ ਜਦੋਂ ਕੈਲਸ਼ੀਅਮ ਮੈਗਨੀਸ਼ੀਅਮ ਦੇ ਆਇਨਸ ਜਿਹੜੇ ਨਾ Ca2+, Mg2+, ਉਹਨਾਂ ਕਰਕੇ ਹੁੰਦਾ ਹੈ ਹਾਰਡ ਵਾਟਰ। ਠੀਕ ਹੈ। ਉਸ ਤੋਂ ਬਾਅਦ C60 ਕੀ ਹੋਣੀ ਕੀਤਾ? ਫਲੋਰੀਨਸ। ਠੀਕ ਹੈ। ਫੁੱਟਬਾਲ ਦੇ ਆਕਾਰ ਵਰਗੀ ਦਾ ਸ਼ੇਪ ਇਹਦੇ ਵਿੱਚ ਬਣਾਉਂਦੇ ਆ, ਤਾਂ ਫੁੱਟਬਾਲ ਜਿਆਦਾ ਤੁਸੀਂ ਦੇਖਿਆ ਹੀ ਆ। ਇਸ ਚਿੱਤਰ ਤੋਂ ਕੀ ਪਤਾ ਲੱਗਦਾ ਹੈ? ਠੀਕ ਹੈ। ਹਾਂ ਇਹਦੇ ਵਿੱਚ ਨਾ ਥੋੜੀ ਮਿਸ ਪ੍ਰਿੰਟਿੰਗ ਹੋਈ ਆ, ਇਹ ਥੋੜਾ ਜਿਹਾ ਦੇਖ ਲਓ ਜੇ ਤੁਹਾਨੂੰ ਦੀਦਾ ਹੈਗਾ ਤੇ ਇਹ ਵਾਲਾ, ਇਹ ਗ੍ਰੇਫਾਈਟ ਆ, ਦੈਨ ਹੀਰਾ ਆ। ਠੀਕ ਹੈ। ਇਹ ਬਲਕਮਿਨਸਟਰ ਫਲੋਰੀਨਸ, ਠੀਕ ਹੈ, ਉਹ ਦਿੱਤੇ ਹੋਏ ਆ। ਇਹ ਥੋੜਾ ਫਲੋਰੀਨਸ ਥੋੜੇ ਨਾ ਇੱਦਾਂ 5 ਮੈਂਬਰਡ 6 ਮੈਂਬਰ ਰਿੰਗਸ ਆਪਸ 'ਚ ਮਿਲ ਕੇ ਬਣਾਉਣਗੀਆਂ।
ਤੁਸੀਂ ਇੱਕ ਵਾਰੀ ਸਰਚ ਕਰ ਲੈਣੀ ਨੈੱਟ 'ਤੇ ਇਹ। ਨੈਕਸਟ ਇਹ ਧਾਤਾਂ ਵਿੱਚ ਬਿਜਲੀ ਚਾਲਨ ਕਿਸ ਦੀ ਵਜ੍ਹਾ ਨਾਲ ਹੁੰਦਾ ਹੈ? ਓਬਵੀਅਸਲੀ ਇਲੈਕਟ੍ਰੋਨ ਦੇ ਕਾਰਨ। ਜ਼ਿਆਦਾ ਧਾਤਾਂ ਦੀਆਂ ਕੱਚੀਆਂ ਧਾਤਾਂ ਦੇ ਕਿਸ ਸਮੂਹ ਵਿੱਚ ਪਾਈਆਂ ਜਾਂਦੀਆਂ? ਜ਼ਿਆਦਾਤਰ ਨਾ ਇਹ ਸਾਰੀਆਂ ਆਕਸਾਈਡਸ ਦੇ ਰੂਪ ਵਿੱਚ ਹੀ ਪਾਈਆਂ ਜਾਂਦੀਆਂ। ਧਾਤ ਕਿਹੜੀ ਨਹੀਂ ਹੈ ਇਹਨਾਂ 'ਚੋਂ? ਕਾਰਬਨ ਕੋਈ ਧਾਤ ਨਹੀਂ, ਉਹ ਤਾਂ ਅਧਾਤ ਹੈ। ਬ੍ਰੌਂਜ਼ ਮਿਸ਼ਰ ਧਾਤ ਹੈ। ਬ੍ਰੌਂਜ਼ ਕਿੱਥੋਂ ਮਿਲ ਕੇ ਬਣਦਾ? ਕਾਪਰ ਤੇ ਟਿਨ, ਐਸਨ। ਹੇਠ ਲਿਖਿਆਂ ਵਿੱਚੋਂ ਕਿਹੜਾ ਤਾਪ ਤੇ ਬਿਜਲੀ ਦਾ ਵਧੀਆ ਚਾਲਕ ਹੈ? ਸਿਲਵਰ। ਜੀ ਸਿਲਵਰ ਬਹੁਤ ਵਧੀਆ ਚਾਲਕ ਹੈ ਤਾਪ ਤੇ ਬਿਜਲੀ ਦਾ। ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਧਰਤੀ ਦੀ ਪੇਪੜੀ ਵਿੱਚ ਸਭ ਤੋਂ ਵੱਧ? ਐਲੂਮੀਨੀਅਮ ਸਭ ਤੋਂ ਵੱਧ ਮਿਲਦਾ। ਇਹ ਸਾਰੇ ਇੰਪੋਰਟੈਂਟ ਕੁਐਸਚਨ ਆ। ਅਧਾਤ ਕਿਹੜੇ ਰੂਪ ਵਿੱਚ ਪਾਈ ਜਾਂਦੀ ਹੈ? ਉਹ ਜੀ ਠੋਸ, ਤਰਲ, ਗੈਸੀ ਤਿੰਨੇ ਰੂਪ 'ਚ ਤੁਹਾਨੂੰ ਮਿਲ ਜਾਂਦੀ ਹੈ। ਅਕਸਰ ਅਧਾਤ ਪਾਣੀ ਵਿੱਚ ਘੁਲ ਕੇ ਜੋ ਬਣਾਉਂਦੇ ਹਨ ਉਹ ਬਣਾਉਂਦੇ ਤੇਜ਼ਾਬੀ ਆਕਸਾਈਡ। ਅਤੇ ਜੇ ਅਸੀਂ ਗੱਲ ਕਰੀਏ ਧਾਤਾਂ ਦੀ, ਉਹ ਖਾਰੀ ਆਕਸਾਈਡ ਬਣਾਉਂਦੇ ਆ। ਕਿਹੜੀ ਧਾਤ ਪਾਣੀ ਨਾਲ ਪ੍ਰਤੀਕਿਰਿਆ ਨਹੀਂ ਕਰਦੀ? ਗੋਲਡ, ਸਿਲਵਰ, ਕਾਪਰ, ਇਹ ਸਾਰੀਆਂ ਸਟੇਬਲ ਹੈਗੀਆਂ ਨੇ, ਨਹੀਂ ਕਰਦੀਆਂ। ਨੈਕਸਟ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾ ਵਿਸਥਾਪਨ ਪ੍ਰਤੀਕਿਰਿਆ ਕਰੇਗਾ? AgNO3 ਘੋਲ ਤੇ ਕਾਪਰ ਧਾਤ ਆਪਸ ਦੇ ਵਿੱਚ ਕਿਰਿਆ ਕਰ ਲੈਣਗੇ। ਇਹ ਤੁਹਾਨੂੰ ਪ੍ਰਤੀਕਿਰਿਆ ਲੜੀ, ਠੀਕ ਆ, ਉਹਦੇ ਅਕੋਰਡਿੰਗ ਦੇਖਣਾ ਪੈਣਾ ਆ ਕਿ ਕਿਹੜਾ ਕਿਹੜੇ ਨਾਲ ਕਰੇਗਾ। ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਆਇਰਨ ਦੀ ਕੜਾਈ ਨੂੰ ਜੰਗ ਲੱਗਣ ਤੋਂ ਬਚਾਉਂਦੀ ਹੈ? ਜੇ ਤੁਸੀਂ ਉੱਥੇ ਜ਼ਿੰਕ ਦੀ ਪਰਤ ਚੜਾ ਦਿਓ, ਉਹਨੂੰ ਗੈਲਵੇਨਾਈਜੇਸ਼ਨ ਬੋਲਦੇ ਹੋ। ਆਇਰਨ ਤੇ ਜ਼ਿੰਕ ਦੀ ਪਰਤ ਚੜਾਉਣੀ। ਇੱਕ ਤੱਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਘਲਣ ਅੰਕ ਵਾਲਾ ਯੌਗਿਕ ਬਣਾ ਲੈਂਦਾ। ਇਹ ਯੌਗਿਕ ਪਾਣੀ ਵਿੱਚ ਘੁਲਣਸ਼ੀਲ ਵੀ ਆ। ਉਹ ਕੈਲਸ਼ੀਅਮ ਦੇ ਹੋਣਗੇ ਇਸ ਬਲੋਕ ਦੇ ਵਿੱਚੋਂ। ਭੋਜਨ ਰੱਖਣ ਵਾਲੇ ਕੈਨਾਂ ਵਿੱਚ ਟਿਨ ਦੀ ਝਾਲ ਕੀਤੀ ਜਾਂਦੀ ਹੈ, ਜ਼ਿੰਕ ਦੀ ਨਹੀਂ। ਜੇ ਭੋਜਨ ਰੱਖਣ ਵਾਲੇ ਕੈਨਾਂ ਵਿੱਚ ਟਿਨ ਦੀ ਕੀਤੀ ਜਾਂਦੀ, ਨਾ ਕਿ ਜ਼ਿੰਕ ਦੀ। ਕਿਉਂ? ਜ਼ਿੰਕ ਮਹਿੰਗੀ ਹੁੰਦੀ ਆ। ਸੌਰੀ, ਫੋਰਥ ਆਈ ਥਿੰਕ ਇਹਦਾ ਆਪਸ਼ਨ ਵੇਟ। ਇਹਦੇ ਬਾਕੀ ਆਪਸ਼ਨ ਆਈ ਥਿੰਕ ਮੈਂ ਲੈਣਾ ਭੁੱਲ ਗਈ, ਸੋ ਇਸ ਕੁਐਸਚਨ ਨੂੰ ਸਕਿਪ ਕਰ ਦਿਓ। ਆਈ ਥਿੰਕ ਉਹਨਾਂ ਨਾਲ ਪ੍ਰਤੀਕਿਰਿਆ ਕਰ ਲੈਂਦਾ, ਇਸ ਕਰਕੇ ਉਹ ਸਹੀ ਨਹੀਂ ਹੁੰਦਾ ਹੈਗਾ ਸਿਹਤ ਲਈ। ਦੇਖ ਲੈਂਦੇ ਹਾਂ ਜੇ ਸਾਨੂੰ ਇਹਦਾ ਨੈਕਸਟ ਆਪਸ਼ਨ ਮਿਲਿਆ ਇੱਥੇ। ਚਲੋ ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ। ਉਦਾਸੀਨ ਘੋਲ ਦਾ pH ਕੀ ਹੁੰਦਾ? ਉਦਾਸੀਨ ਜਿਹੜਾ ਘੋਲ ਆ ਉਹਦਾ pH 7 ਦੇ ਬਰਾਬਰ ਹੁੰਦਾ। ਅਤੇ ਜੇ ਐਸਿਡਿਕ ਹੋਵੇ 7 ਤੋਂ ਘੱਟ, ਜੇ ਬੇਸਿਕ ਹੋਵੇ ਮਤਲਬ ਖਾਰੀ ਹੋਵੇ ਤਾਂ ਫਿਰ 7 ਤੋਂ ਵੱਧ। ਐਸਿਟਿਕ ਐਸਿਡ ਕੀ ਹੈ? ਕਮਜ਼ੋਰ ਅਮਲ ਆ, ਠੀਕ ਹੈ। ਨੈਕਸਟ ਹੈ ਜੀ ਜਦੋਂ ਲਾਲ ਲਿਟਮਸ ਪੱਤਰ ਨੂੰ ਖਾਰੀ ਘੋਲ ਵਿੱਚ ਪਾਇਆ ਜਾਂਦਾ ਹੈ ਤਾਂ ਉਹ ਕੀ ਹੋ ਜਾਂਦਾ? ਫਿਰ ਨੀਲਾ। ਜੇ ਇਹਨੂੰ ਐਸਿਡਿਕ 'ਚ ਪਾ ਦਾਂਗੇ, ਠੀਕ ਆ, ਮਤਲਬ ਫਿਰ ਨੀਲੇ ਨੂੰ ਜੇ ਐਸਿਡਿਕ 'ਚ ਪਾਵਾਂਗੇ ਉਹ ਲਾਲ ਹੋ ਜਾਂਦਾ। ਜਦੋਂ ਲਾਲ ਲਿਟਮਸ ਪੱਤਰ ਨੂੰ ਅਮਲੀ ਘੋਲ ਵਿੱਚ ਦੇਖੋ ਹੁਣ ਪਾਇਆ, ਠੀਕ ਆ, ਹੁਣ ਲਾਲ ਹੀ ਆ ਅਤੇ ਓਬਵੀਅਸਲੀ ਦੇਖੋ ਐਸਿਡ ਦੇ ਵਿੱਚ ਉਹਨੇ ਰੈੱਡ ਹੀ ਰਹਿਣਾ, ਲਾਲ ਰਹਿਣਾ, ਇਸ ਲਈ ਉਹ ਲਾਲ ਆ ਅਤੇ ਉਹਨੇ ਲਾਲ ਹੀ ਰਹਿਣਾ। ਜੇ ਨੀਲਾ ਪਾਉਂਦੇ ਉਹਨੇ ਲਾਲ ਹੋ ਜਾਣਾ ਸੀ। ਜਦੋਂ ਨੀਲੇ ਲਿਟਮਸ ਪੇਪਰ ਨੂੰ ਖਾਰੀ ਘੋਲ ਵਿੱਚ ਪਾਇਆ ਜਾਂਦਾ ਉਹ ਤਾਂ ਨੀਲਾ ਹੀ ਰਹਿਣਾ, ਕਿਉਂਕਿ ਖਾਰੀ ਦੇ ਵਿੱਚ ਨੀਲਾ ਰੰਗ ਹੋ ਜਾਂਦਾ ਅਤੇ ਜਿਹੜਾ ਐਸਿਡਿਕ ਆ ਉਹਦੇ ਵਿੱਚ, ਅਮਲੀ ਘੋਲ ਦੇ ਵਿੱਚ, ਮਤਲਬ ਐਸਿਡਿਕ ਮਤਲਬ ਅਮਲੀ, ਉਹਦੇ ਵਿੱਚ ਜਿਹੜਾ ਘੋਲ ਆ ਉਹਦੇ ਵਿੱਚ ਹੁੰਦਾ ਲਾਲ। ਜੇ ਲਾਲ ਨੂੰ ਉਹ ਪਾਉਂਗੇ ਨਾ ਲਾਲ ਹੀ ਰਹਿਣਾ, ਠੀਕ ਹੈ। ਨੀਲੇ ਨੂੰ ਤਾਂ ਅਸੀਂ ਖਾਰੀ 'ਚ ਪਾਤਾ ਨੀਲਾ ਹੀ ਰਹਿਣਾ, ਜੇ 'ਚ ਲਾਲ ਪਾਉਂਦੇ ਉਹ ਨੀਲਾ ਹੋ ਜਾਣਾ ਸੀ। ਜਦੋਂ ਨੀਲਾ ਲਿਟਮਸ ਪੇਪਰ ਆ ਦੇਖੋ ਅਮਲੀ ਘੋਲ 'ਚ ਪਾਇਆ ਫਿਰ ਲਾਲ ਹੋ ਗਿਆ, ਠੀਕ ਹੈ। ਸੋ ਇੱਦਾਂ ਇਹਨਾਂ ਵਿੱਚੋਂ ਕਿਹੜਾ ਆਲ ਫੈਕਟਰੀ ਹੁੰਦੇ ਸਮੈਲ ਤੋਂ ਪਤਾ ਲੱਗ ਜਾਂਦਾ, ਠੀਕ ਹੈ। ਜਿੱਦਾਂ ਪਿਆਜ਼ ਹੋ ਗਿਆ, ਵਨੀਲਾ, ਲੌਂਗ, ਆਲੂ ਦੀ ਹੁਣ ਕਾਹਦੀ ਸਮੈਲ। ਸੋ pH ਸਕੇਲ ਹੈ ਇਹ ਲੋਗਰਿਥਮਿਕ ਆ। ਕਿਉਂਕਿ pH ਜਿਹੜਾ ਮਾਪਦੇ ਆ ਨਾ ਉਹ ਇਕੁਅਲ ਹੁੰਦਾ -log of H3O ਪੋਜ਼ੀਟਿਵ ਆਇਨਸ, ਓਕੇ, ਜਾਂ OH ਨੈਗੇਟਿਵ ਆਇਨਸ। ਨੈਕਸਟ ਹੈ ਜੀ ਵੈਜੀਟੇਬਲ ਪਦਾਰਥਕ ਖਾਦ ਵਿੱਚ ਉਪਘਟਨ ਕਿੱਦਾਂ ਦਾ ਉਦਾਹਰਣ ਹੈ? ਉਹਨਾਂ ਤਾਪ ਨਿਕਾਸੀ, ਕਿਉਂਕਿ ਉਹ 'ਚ ਤਾਪ ਬਾਹਰ ਨਿਕਲਦਾ, ਠੀਕ ਹੈ। ਇਹ ਵਾਲੀ ਐਗਜ਼ਾਮਪਲ ਦਿੱਤੀ ਆ, ਇਹ ਦੇਖੋ ਅਪਘਟਨ ਕਿਰਿਆ ਹੈ। ਅਪਘਟਨ ਮਤਲਬ ਟੁੱਟ ਗਿਆ ਨਾ, ਜਦੋਂ ਆਪਣੇ ਹੀ ਕੌਂਸਟੀਟੂਐਂਟਸ ਦੇ ਵਿੱਚ ਟੁੱਟ ਗਿਆ। ਨੈਕਸਟ ਹੈ ਜੀ ਇਹ ਦਿੱਤਾ ਹੋਇਆ ਲਘੂਕਰਨ ਕਿਹਦਾ ਹੋਇਆ? ਹੁਣ ਲਘੂਕਰਨ ਦੇਖੋ ਨੇ ਆਪਣੀ ਆਕਸੀਜਨ ਲੋਸ ਕਰ ਦਿੱਤੀ, ਸੋ ਇਸ ਕਰਕੇ ਇਹ ਹੋ ਗਿਆ ਕਾਪਰ। ਨੈਕਸਟ ਹੈ ਜੀ ਸੂਰਜ ਦਾ ਪ੍ਰਕਾਸ਼ ਦੇ ਵਿੱਚ ਆ ਰਿਐਕਸ਼ਨ ਹੋਈ ਆ, ਕਲੋਰੀਨ ਗੈਸ ਬਾਹਰ ਨਿਕਲੀ ਆ, ਠੀਕ ਹੈ। ਇਹ ਨਾ ਕਾਲੀ ਅਤੇ ਚਿੱਟੀ ਫੋਟੋਗ੍ਰਾਫੀ ਦੇ ਵਿੱਚ ਯੂਜ਼ ਹੁੰਦੀ ਆ। ਲੋਹੇ ਦੀ ਕਿੱਲਾਂ ਨੂੰ CaSO4 ਦੇ ਘੋਲ ਵਿੱਚ ਕੁਝ ਸਮੇਂ ਡੁਬਾਇਆ, ਲੋਹੇ ਦੀ ਕਿੱਲਾਂ ਦਾ ਰੰਗ ਦਾ ਪ੍ਰਭਾਵ ਕੀ ਹੋ ਜਾਂਦਾ? ਉਹ ਜਿਹੜੀਆਂ ਭੂਰੇ ਰੰਗ ਦੇ ਹੋ ਜਾਣਗੇ, ਜੰਗਾਲ ਲੱਗ ਜਾਏਗਾ ਜਿੱਦਾਂ। ਪਾਣੀ ਦੇ ਇਲੈਕਟ੍ਰੋਲਿਸਿਸ ਵਿੱਚ ਹਾਈਡਰੋਜਨ ਅਤੇ ਆਕਸੀਜਨ ਦਾ ਉਤਪਾਦਨ ਅਨੁਪਾਤ ਹੈ, ਠੀਕ ਹੈ। ਦੇਖੋ H2O, ਠੀਕ ਹੈ, ਉਹ 1 ਨਹੀਂ ਹੁੰਦਾ, ਯਾਨੀ 2:1 ਹੈ ਵਾਟਰ ਦੀ। ਨੈਕਸਟ ਹੈ ਜਦੋਂ ਤਾਂਬੇ ਦੇ ਪਾਊਡਰ ਚਾਈਨਾ ਡਿਸ਼ ਵਿੱਚ ਗਰਮ ਕੀਤਾ ਜਾਂਦਾ ਹੈ, ਤਾਂਬਾ ਪਾਊਡਰ ਦੀ ਸਤ੍ਹਾ ਦੇ ਰੰਗ ਨੂੰ ਕੀ ਹੋਵੇਗਾ? ਉਹ ਕਾਲੇ ਰੰਗ ਦਾ ਹੋ ਜਾਵੇਗਾ। ਰਸਾਇਣਿਕ ਸਮੀਕਰਨ ਵਿੱਚ ਸਮੀਕਰਨ ਦੇ ਤੀਰ ਦੇ ਉੱਪਰ ਜਾਂ ਹੇਠਾਂ ਵੱਲ ਦੇ ਸੂਤਰਾਂ ਵਿੱਚ ਤਾਪ ਦਬਾਓ ਜਿੱਦਾਂ ਇੱਦਾਂ ਲਗਾਇਆ ਹੁੰਦਾ ਨਾ, ਉਹ ਦੱਸਿਆ ਜਾਂਦਾ ਕਿ ਤਾਪ ਆ, ਦਬਾਓ ਆ ਜਾਂ ਉਤਪ੍ਰੇਰਕ ਆ।
ਇਹਦੇ ਵਿੱਚੋਂ ਵੀ ਇਹ ਥੋੜਾ ਮਿਸ ਹੈਗਾ, ਰਹਿਣ ਦਿਓ। ਕੈਲਸ਼ੀਅਮ ਆਕਸਾਈਡ ਕਿਸ ਨੂੰ ਕਹਿੰਦੇ ਹਨ? ਚੂਨਾ ਜਾਂ ਅਣਬੁੱਝਿਆ ਚੂਨੇ ਨੂੰ, ਠੀਕ ਹੈ, CaO। ਨੈਕਸਟ ਹੈ, ਜਦੋਂ ਵਿਸਥਾਪਨ ਪ੍ਰਤੀਕਿਰਿਆ ਤਾਪ ਨਾਲ ਪੂਰੀ ਹੁੰਦੀ ਹੈ ਤਾਂ ਉਹਨੂੰ ਕੀ ਕਹਿੰਦੇ? ਥਰਮਲ। ਤਾਪ ਹੈ ਇਸ ਕਰਕੇ ਤਾਪ ਤੋਂ ਥਰਮਾਮੀਟਰ ਤੋਂ ਟੈਂਪਰੇਚਰ, ਥਰਮਲ। ਪ੍ਰਕਿਰਿਆ ਜਿਸ ਵਿੱਚ ਪ੍ਰਤੀਕਰਮਾਂ ਵਿੱਚ ਆਇਨਾਂ ਦਾ ਵਟਾਂਦਰਾ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਆ? ਦੋਹਰਾ ਵਿਸਥਾਪਨ ਪ੍ਰਤੀਕਿਰਿਆ। ਜੇਕਰ ਕੋਈ ਪਦਾਰਥ ਪ੍ਰਕਿਰਿਆ ਦੇ ਦੌਰਾਨ ਆਕਸੀਜਨ ਪ੍ਰਾਪਤ ਕਰਦਾ ਹੈ ਤਾਂ ਉਹ ਬਣਦੇ ਨੇ ਆਕਸਾਈਡਸ, ਜਾਂ ਹਾਈਡਰੋਜਨ ਦਾ ਨੁਕਸਾਨ ਕਰਦਾ ਹੈ ਤਾਂ ਉਹਨੂੰ ਕਹਿੰਦੇ ਆ ਆਕਸਾਈਡਸ। ਠੀਕ ਹੈ ਜੀ, ਇਹ ਸੀਗੇ ਦੀ ਮੋਸਟ ਇੰਪੋਰਟੈਂਟ ਕੁਐਸਚਨਸ 10th ਦੀ ਕਲਾਸ ਦੇ ਵਿੱਚੋਂ ਮੈਂ ਲਏ ਆ। ETT ਦੇ ਸਿਲੇਬਸ ਦੇ ਵਿੱਚ ਸਾਰੇ ਇਨਕਲੂਡਡ ਆ, ਠੀਕ ਹੈ। ਸੋ ਬਹੁਤ ਇੰਪੋਰਟੈਂਟ ਆ, ਕਰ ਲੈਣੀ। ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਥੈਂਕਸ ਫॉर ਵਾਚਿੰਗ ਦ ਵੀਡੀਓ।